ਵਾਹਿਗੁਰੂ 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 ਵਾਹਿਗੁਰੂ। ਸਲੋਕ ਮਹੱਲਾ ਤੀਜਾ। ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ। ਅੰਧੇ ਕਰਮ ਕਮਾਏ ਸ਼ਬਦ ਸਿਉ ਚਿਤ ਨਾ ਲਾਵਈ। ਜਿਤ ਸੁਖ ਵਸੈ ਮਨ ਆਏ। ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ। ਅੰਧੇ ਕਰਮ ਕਮਾਏ ਸ਼ਬਦ ਸਿਉ ਚਿਤ ਨਾ ਲਾਵਈ। ਜਿਤ ਸੁਖ ਵਸੈ ਮਨ ਆਏ। ਤਾਮਸ ਲੱਗਾ ਸਦਾ ਫਿਰੈ। ਅਹਨਿਸ ਜਲਤ ਬਿਹਾਏ। ਜੋ ਤਿਸ ਭਾਵੈ ਸੋ ਥੀਐ। ਕਹਿਣਾ ਕਿਛੁ ਨਾ ਜਾਏ। ਤਾਮਸ ਲੱਗਾ ਸਦਾ ਫਿਰੈ। ਅਹਨਿਸ ਜਲਤ ਬਿਹਾਏ। ਜੋ ਤਿਸ ਭਾਵੈ ਸੋ ਥੀਐ। ਕਹਿਣਾ ਕਿਛੁ ਨਾ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਕਨੇਰੀ ਨਦਰ ਬਖਸ਼ਿਸ਼ ਕਰਕੇ ਇਸ ਸੰਸਾਰਕ ਪਦਾਰਥਵਾਦੀ ਮਾਹੌਲ ਵਿੱਚੋਂ ਸਤ ਸੰਗਤ ਦੀਆਂ ਅਮੋਲਕ ਘੜੀਆਂ ਬਖਸ਼ਿਸ਼ ਕਰਕੇ ਨਿਵਾਜਿਆ ਹੈ। ਕੋਟਾਨ ਕੋਟ ਸ਼ੁਕਰ ਸ਼ੁਕਰਾਨਾ ਹੈ। ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ, ਜਿਨ੍ਹਾਂ ਦੇ ਪਾਵਨ ਪਵਿੱਤਰ ਸਥਾਨ ਤੋਂ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਮੁੱਚੀ ਮਾਨਵਤਾ ਦੇ ਕਲਿਆਣ ਹਿੱਤ ਭਲੇ ਵਾਸਤੇ ਗੁਰਸਿੱਖਾਂ ਲਈ ਮਾਰਗਦਰਸ਼ਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਪ੍ਰਕਾਸ਼ਮਾਨ ਹੋ ਕਰਕੇ ਸਾਨੂੰ ਅੱਜ ਦਾ ਮੁੱਖ ਵਾਕ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਜਿਸ ਦਾ ਪਾਠ ਹੁਣੇ ਆਪ ਜੀਆਂ ਨੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਤਿੰਨਾਂ ਦੇ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਮੁੱਖ ਵਾਕ ਤੀਜੇ ਪਾਤਸ਼ਾਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਉਚਾਰਨ ਕੀਤਾ ਹੋਇਆ 2 ਸ਼ਲੋਕ ਔਰ 1 ਪੌੜੀ ਸਮੇਤ
ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਅੰਗ 554 ਉੱਤੇ ਬਿਹਾਗੜੇ ਦੀ ਵਾਰ ਅੰਦਰ ਸੁਭਾਏਮਾਨ ਹੈ। ਅੱਜ ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਗੁਰਤਾ ਗੱਦੀ ਪੁਰਬ ਵੀ ਸੰਗਤਾਂ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ। ਅੱਜ ਦੇ ਦਿਨ ਸ੍ਰੀ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਲਟੀ ਗੰਗ ਬਹਾਇਓਨ ਗੁਰ ਅੰਗਦ ਸਿਰ ਉੱਪਰ ਧਾਰਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਜੀਆਂ ਨੂੰ ਨਮਸਕਾਰ ਕਰਕੇ ਭਾਵ ਗੁਰ ਚੇਲੇ ਰਹਿ ਰਾਸ ਕੀ, ਗੁਰੂ ਨੇ ਚੇਲੇ ਅੱਗੇ ਨਮਸਕਾਰ ਕਰਕੇ ਇਹ ਉਲਟੀ ਗੰਗ ਵਹਾ ਦਿੱਤੀ ਔਰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਇਸ ਮਹਾਨ ਪੁਰਬ ਦੀ ਕਥਾ ਨਾਲ ਵੀ ਆਪਾਂ ਜੁੜਨਾ ਹੈ। ਆਓ ਸਭ ਤੋਂ ਪਹਿਲੋਂ ਕਰੋ ਕਿਰਪਾਲਤਾ, ਆਪੋ ਆਪਣੀ ਹਾਜ਼ਰੀ ਲਾਓ, ਅਸੀਸ ਬਖਸ਼ਿਸ਼ ਕਰੋ ਤਾਂ ਜੋ ਆਪਾਂ ਰਲ ਮਿਲ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਵਿੱਚ ਆਪਣੀ ਸੁਰਤ ਜੋੜ ਸਕੀਏ। ਜਿੰਨੀਆਂ ਸੰਗਤਾਂ ਜੁੜ ਬੈਠੇ ਹੋ ਜਾਂ ਦੂਰ ਦਰੇਡੇ ਦੇਸ਼ ਵਿਦੇਸ਼ ਦੇ ਅੰਦਰ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਸੁਰਤੀ ਕਰਕੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ, ਕਰੋ ਕਿਰਪਾਲਤਾ, ਲਵਾਓ ਹਾਜ਼ਰੀ, ਦੋਵੇਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕੀ ਬਖਸ਼ਿਸ਼ ਕਰ ਰਹੇ ਹਨ। ਆਓ ਪਿਆਰ ਨਾਲ ਪਹਿਲੀਆਂ ਪੰਕਤੀਆਂ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ, ਅੰਧੇ ਕਰਮ ਕਮਾਏ। ਆਖੋ ਸਤਨਾਮ ਸ੍ਰੀ, ਗੱਜ ਕੇ ਆਖਿਆ ਕਰੋ ਸਤਨਾਮ ਸ੍ਰੀ। ਇਹ ਦੋਵੇਂ ਸ਼ਲੋਕ 15ਵੀਂ ਪੌੜੀ ਨਾਲ ਦਰਜ ਹਨ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਨ ਦਾ ਜਿਨ੍ਹਾਂ ਨੇ ਸੰਥਿਆ ਲਈ ਹੈ, ਤੁਹਾਨੂੰ ਨਿਯਮ ਪਤਾ ਹੈ। ਅਰਥ ਬਹੁਤ ਸੌਖੇ ਸਮਝ ਆਉਂਦੇ ਹਨ ਜਦੋਂ ਆਪਾਂ ਗੁਰਮੁਖ ਪਿਆਰਿਆਂ ਪਾਸੋਂ ਗੁਰਬਾਣੀ ਪੜ੍ਹਨੀ ਸਿੱਖੀ ਹੋਵੇ। ਹੁਣ ਇੱਥੇ ਵਿਸ਼ਰਾਮ ਦੇ ਕੇ ਭਾਈ ਸਾਹਿਬ ਨੇ ਪੜ੍ਹਿਆ, ਸਵੇਰੇ ਵੀ ਤੁਸੀਂ ਮੁੱਖ ਵਾਕ ਸਤਿਗੁਰ ਜੀ ਦਾ ਸਰਵਣ ਕੀਤਾ। ਨਾਨਕ ਬਿਨ ਸਤਿਗੁਰ ਭੇਟੇ ਜਗੰਧ ਹੈ। ਨੰਨੇ ਨੂੰ ਕੰਨਾ, ਨੰਨਾ ਕੱਕਾ, ਨਾਨਕ ਮੁਕਤਾ ਹੈ ਕੱਕਾ। ਨਾ ਕੱਕੇ ਨੂੰ ਔਂਕੜ ਹੈ, ਨਾ ਸਿਹਾਰੀ ਹੈ। ਇਹ ਗੁਰਬਾਣੀ ਨਿਯਮ ਹੈ ਪੜ੍ਹਨ ਦਾ ਵੀ ਜਿੱਥੇ ਇਸ ਤਰ੍ਹਾਂ ਮਹਾਰਾਜ ਜੀਆਂ ਦਾ ਨਾਮ ਆਵੇ ਉੱਥੇ ਹਲਕਾ ਜਿਹਾ ਵਿਸ਼ਰਾਮ ਦੇ ਕੇ ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ। ਸਤਿਗੁਰ ਜੀ ਦੇ ਨਾਮ ਦੀ ਮੋਹਰ ਲਿਖ ਕੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਬਚਨ ਕਹਿੰਦੇ ਬਿਨ ਸਤਿਗੁਰ ਭੇਟੇ ਜਗ ਅੰਧ ਹੈ। ਸਤਿਗੁਰੂ ਨੂੰ ਮਿਲਣ ਤੋਂ ਬਗੈਰ, ਕਿਉਂਕਿ ਜੇ ਇਸ ਤਰ੍ਹਾਂ ਆਪਾਂ ਵਿਸ਼ਰਾਮ ਨਹੀਂ ਦੇਵਾਂਗੇ ਤਾਂ ਬਹੁਤ ਸਾਰੀਆਂ ਪੰਕਤੀਆਂ ਜਿਵੇਂ ਜਪਜੀ ਸਾਹਿਬ ਵੀ ਤੁਸੀਂ ਪੜ੍ਹ ਕੇ ਆਏ ਹੋ, ਉੱਥੇ ਸਾਧ ਸੰਗਤ ਨਾਨਕ ਨੂੰ ਨਾਲ ਕੱਕਾ ਲਿਖ ਕੇ ਫਿਰ ਨੀਚ ਲਿਖਿਆ, ਨਾਨਕ ਨੀਚ ਕਹਿ ਵਿਚਾਰ। ਜੇ ਉੱਥੇ ਹਲਕਾ ਜਿਹਾ ਰੁਕ ਕੇ ਕਹਿ ਦਿੱਤਾ ਨਾਨਕ ਨੀਚ ਕਹਿ ਵਿਚਾਰ ਤਾਂ ਅਰਥ ਬਿਲਕੁਲ ਅਨਰਥ ਹੋ ਜਾਣਗੇ। ਇਸ ਲਈ ਮਹਾਰਾਜ ਜੀਆਂ ਨੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਹੁਤ ਵੱਡੀ ਕਿਰਪਾ ਬਖਸ਼ਿਸ਼ ਕੀਤੀ ਹੈ। ਐਵੇਂ ਕੋਈ ਔਂਕੜ ਸਿਹਾਰੀ ਵਾਧੂ ਨਹੀਂ ਲਾਏ ਹੋਏ। ਇਹ ਮਹਾਰਾਜ ਜੀ ਨੇ ਬੜੀ ਵੱਡੀ ਕਿਰਪਾ ਬਖਸ਼ਿਸ਼ ਕੀਤੀ ਹੈ।
ਸਤਿਗੁਰ ਜੀ ਬਚਨ ਕਹਿੰਦੇ ਭਾਈ, ਸਤਿਗੁਰ ਨੂੰ ਮਿਲਣ ਤੋਂ ਬਗੈਰ, ਗੁਰੂ ਤੋਂ ਬਗੈਰ ਸਾਰਾ ਜਗਤ ਅੰਧੇਰੇ ਵਿੱਚ ਹੈ, ਅੰਨਾ ਹੈ, ਔਰ ਅੰਧਕਾਰ ਵਿੱਚ ਅੰਧੇ ਹੀ ਕਰਮ ਕਮਾ ਰਿਹਾ। ਇਹਦਾ ਭਾਵ ਹੈ ਵੀ ਕਰਮ ਤਾਂ ਲੋਕ ਕਰ ਰਹੇ ਨੇ, ਪਰ ਉਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਕਿ ਉਹ ਕਰਮ ਸਹੀ ਹੋ ਰਹੇ ਨੇ ਕਿ ਗਲਤ ਹੋ ਰਹੇ ਨੇ। ਹੁਣ ਅੰਨਾ ਬੰਦਾ ਤੁਰਿਆ ਜਾ ਰਿਹਾ, ਉਹਨੂੰ ਕੀ ਪਤਾ ਮੈਂ ਸਹੀ ਜਾ ਰਿਹਾ ਕਿ ਗਲਤ ਜਾ ਰਿਹਾ, ਕਿਉਂਕਿ ਨਾ ਉਹ ਕੋਈ ਸਾਈਨ ਬੋਰਡ ਪੜ੍ਹ ਸਕਦਾ, ਨਾ ਉਹਨੂੰ ਨਜ਼ਰ ਪੈ ਰਿਹਾ, ਉਹ ਤਾਂ ਤੱਕ ਨਾਲ ਤੁਰ ਰਿਹਾ। ਉਹਨੂੰ ਕੋਈ ਦੱਸ ਸਕਦਾ ਭਾਈ ਤੂੰ ਗਲਤ ਰਸਤੇ ਪੈ ਗਿਆ। ਇਸ ਤਰ੍ਹਾਂ ਸੰਸਾਰ ਦੇ ਅੰਦਰ ਗੁਰੂ ਦੇ ਗਿਆਨ ਤੋਂ ਬਗੈਰ ਆਪਾਂ ਅੰਨੇ ਹਾਂ। ਜੋ ਵੀ ਕਰਮ ਕਰ ਰਹੇ ਸਾਨੂੰ ਲੱਗਦਾ ਆਪਾਂ ਤੁਰ ਰਹੇ ਹਾਂ, ਕਰਮ ਕਰ ਰਹੇ ਹਾਂ, ਪਰ ਇਸ ਗੱਲ ਦਾ ਗਿਆਨ ਗੁਰੂ ਨੇ ਦੇਣਾ ਹੈ, ਭਾਈ ਤੂੰ ਸਹੀ ਕਰ ਰਿਹਾ ਕਿ ਗਲਤ ਕਰ ਰਿਹਾ, ਪਾਪ ਹੈ ਕਿ ਪੁੰਨ ਹੈ, ਚੰਗਿਆਈ ਹੈ ਕਿ ਬੁਰਾਈ ਕਰ ਰਿਹਾ, ਤੂੰ ਸੰਸਾਰ ਵਿੱਚ ਕੀ ਕਰ ਰਿਹਾ ਹੈ। ਜਿੰਨੀ ਦੇਰ ਗੁਰੂ ਦਾ ਗਿਆਨ ਨਹੀਂ, ਜਗਤ ਅੰਨਿਆਂ ਦੀ ਨਿਆਈ ਹੈ। ਇਸੇ ਨੂੰ ਮਹਾਰਾਜ ਇੱਕ ਸ਼ਲੋਕ ਵਿੱਚ ਕਹਿੰਦੇ ਨੇ, ਜੇ 100 ਚੰਦਾ ਉਗਮੈ ਸੂਰਜ ਚੜੇ 1000, ਇੱਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇੰਨਾ ਚਾਨਣ ਭਾਵ ਤੇਰੇ ਕੋਲ ਬਾਹਰੀ ਅਕੈਡਮਿਕ ਐਜੂਕੇਸ਼ਨ ਦਾ ਗਿਆਨ ਵੀ ਹੋਵੇ, ਤੂੰ ਪੜ੍ਹਿਆ ਲਿਖਿਆ ਵੀ ਹੋਵੇ, ਪਰ ਇਹ ਗੱਲ ਸੱਚ ਹੈ ਭਲਿਆ, ਗੁਰੂ ਤੋਂ ਬਗੈਰ ਅੰਧਕਾਰ ਅਗਿਆਨਤਾ, ਤੂੰ ਅੰਨਾ ਹੈ। ਗੁਰੂ ਤੋਂ ਬਗੈਰ ਹਨੇਰਾ ਹੀ ਹਨੇਰਾ ਹੈ। ਗੁਰੂ ਤੈਨੂੰ ਦੱਸੇਗਾ ਪਾਪ ਕੀ ਹੈ ਤੇ ਪੁੰਨ ਕੀ ਹੈ। ਇਹ ਵਿਚਾਰ ਤੂੰ ਗੁਰੂ ਕੋਲੋਂ ਸਿੱਖੇਗਾ, ਗੁਰੂ ਤੋਂ ਬਗੈਰ ਤੈਨੂੰ ਦੱਸ ਹੀ ਨਹੀਂ ਸਕੇਗਾ। ਇੱਥੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਹੇ, ਪਾਪ ਬੁਰਾ ਪਾਪੀ ਕੋ ਪਿਆਰਾ। ਜਿਹੜਾ ਪਾਪ ਕਰਦਾ ਉਹਨੂੰ ਤਾਂ ਪਿਆਰਾ ਲੱਗਦਾ, ਉਹ ਕਹਿੰਦਾ ਹੀ ਨਹੀਂ ਮੈਂ ਪਾਪ ਕਰ ਰਿਹਾ। ਉਹਨੂੰ ਇਸ ਗੱਲ ਦੀ ਸੋਝੀ ਗਿਆਨ ਵੀ ਨਹੀਂ ਹੈ ਕਿ ਇਹ ਚੀਜ਼ ਪਾਪ ਹੈ। ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਸਾਰਾ। ਪਰ ਉਸ ਪਾਪ ਬਾਰੇ ਗਿਆਨ ਜਿਹੜਾ ਹੈ ਉਹ ਸਤਿਗੁਰਾਂ ਕਿਹਾ ਭਾਈ ਗੁਰੂ ਕੋਲੋਂ ਮਿਲਣਾ। ਗੁਰੂ ਤੋਂ ਬਗੈਰ ਤੂੰ ਅੰਧਕਾਰ ਵਿੱਚ ਰਹੇਗਾ। ਸਾਰਾ ਜਗਤ ਅੰਨਾ ਹੈ ਤੇ ਅੰਨੇ ਹੀ ਕਰਮ ਕਮਾ ਰਿਹਾ ਹੈ। ਸ਼ਬਦ ਸਿਉ ਚਿਤ ਨਾ ਲਾਵਈ, ਜਿਤ ਸੁਖ ਵਸੈ ਮਨ ਆਏ। ਕਹਿੰਦੇ ਭਾਈ ਸਾਰਾ ਜਗਤ ਸੁਖ ਭਾਲਦਾ ਤੇ ਜਿਸ ਸ਼ਬਦ ਨਾਲ ਚਿੱਤ ਲਾ ਕੇ ਸੁਖ ਮਿਲਣਾ ਉਹ ਸ਼ਬਦ ਨਾਲ ਚਿੱਤ ਹੀ ਨਹੀਂ ਲਾਉਂਦਾ। ਉਧਰਲੇ ਪਾਸੇ ਚਿੱਤ ਜੁੜਿਆ ਹੀ ਨਹੀਂ ਹੈ, ਚਿੱਤ ਸੰਸਾਰ ਵੱਲ ਹੈ। ਤੇ ਸੰਸਾਰ ਦਾ ਨਿਯਮ ਹੈ ਹਰ ਚੀਜ਼ ਆਪਣੀ ਜਗ੍ਹਾ ਤੋਂ ਹਿੱਲ ਜਾਏਗੀ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਇਹਨੂੰ ਵਿਗਿਆਨ ਨੇ ਮੰਨ ਲਿਆ ਕਿ ਧਰਤੀ ਘੁੰਮਦੀ ਹੈ, ਸਾਨੂੰ ਨਜ਼ਰ ਨਹੀਂ ਆ ਰਹੀ। ਕੁਦਰਤ ਦੇ ਨਿਯਮ ਵਿੱਚ ਹਰ ਚੀਜ਼ ਆਪਣੀ ਜਗ੍ਹਾ ਤੋਂ ਪਰਿਕਰਮਾ ਕਰ ਰਹੀ ਹੈ। ਈਵਨ ਇੱਥੋਂ ਤੱਕ ਆਪਣੇ ਸਰੀਰ ਦਾ ਬਲੱਡ ਸਰਕੂਲੇਟ ਸਿਸਟਮ ਜਿਹੜਾ ਹੈ ਉਹ ਵੀ 24 ਘੰਟੇ ਦੇ ਅੰਦਰ ਪਰਿਕਰਮਾ ਕਰ ਰਿਹਾ ਪੂਰੇ ਸਰੀਰ ਵਿੱਚ, ਰੁਕਦਾ ਨਹੀਂ ਹੈ। ਜੇ ਰੁਕ ਜਾਏ ਤਾਂ ਰੋਗ ਹੈ। ਉਹ ਪੂਰੇ ਸਰੀਰ ਦੀਆਂ ਨਸਾਂ ਵਿੱਚ ਚੱਲ ਰਿਹਾ ਹੈ। ਹਰ ਇੱਕ ਚੀਜ਼, ਦਿਲ ਦੀ ਧੜਕਣ ਉਹ ਦਿਨੇ ਵੀ ਚੱਲਦੀ ਹੈ, ਰਾਤ ਸੁੱਤਿਆਂ ਪਿਆਂ ਵੀ ਉਹ ਧੜਕਣ ਚੱਲ ਰਹੀ ਹੈ, ਸਵਾਸ ਚੱਲ ਰਹੇ ਨੇ। ਸੁੱਤਿਆਂ ਪਿਆਂ ਵੀ ਸਰੀਰ ਕਰਕੇ ਉਮਰ ਵੱਧਦੀ ਹੈ, ਗੁਰੂ ਦੇ ਅਨੁਸਾਰ ਉਹ ਉਮਰ ਘਟਦੀ ਹੈ। ਕੁਦਰਤ ਦੇ ਨਿਯਮ ਵਿੱਚ ਧਰਤੀ ਘੁੰਮ ਰਹੀ ਹੈ। ਹਰ ਛੋਟਾ ਗ੍ਰਹਿ ਵੱਡੇ ਗ੍ਰਹਿ ਦੀ ਪਰਿਕਰਮਾ ਕਰ ਰਿਹਾ ਹੈ। ਹਰ ਚੀਜ਼ ਆਪਣੀ ਜਗ੍ਹਾ ਤੋਂ ਹਿੱਲ ਜਾਂਦੀ ਹੈ। ਇਹ ਸੰਸਾਰ ਦਾ ਕੁਦਰਤ ਦਾ ਨਿਯਮ ਹੈ। ਜਿਸ ਪਦਾਰਥਵਾਦੀ ਯੁੱਗ ਵਿੱਚ ਆਪਾਂ ਰਹਿ ਰਹੇ, ਸਾਧ ਸੰਗਤ ਕੁਝ ਸਾਲਾਂ ਬਾਅਦ ਉਹ ਚੀਜ਼ ਆਪਣੀ ਜਗ੍ਹਾ ਤੋਂ ਹਿੱਲ ਜਾਂਦੀ ਹੈ। ਜਿਹੜੇ ਲੋਕ ਉਹਦੇ ਨਾਲ ਗਹਿਰਾ ਚਿੱਤ ਲਾ ਕੇ ਬਹਿ ਜਾਂਦੇ ਨੇ ਉਹ ਲੋਕ ਬਹੁਤ ਦੁਖੀ ਹੋ ਜਾਂਦੇ ਨੇ। ਕੋਈ ਵੀ ਚੀਜ਼ ਹੈ ਸੰਸਾਰ ਵਿੱਚ, ਪਦਾਰਥ ਨੇ ਆਪਣੀ ਜਗ੍ਹਾ ਛੱਡਣੀ ਹੈ। ਸਰੀਰ ਕਰਕੇ ਉਮਰ ਵੀ ਘਟੇਗੀ, ਜਵਾਨੀ ਤੋਂ ਬੁਢੇਪੇ ਵੱਲ ਵੀ ਜਾਵਾਂਗੇ, ਪਰਿਵਾਰਕ ਸੰਸਾਰਕ ਰਿਸ਼ਤੇ ਵੀ ਇੱਧਰ ਉੱਧਰ ਹੋਣਗੇ। ਸਭ ਨੇ ਇੱਕੋ ਗੱਲ ਕਹੀ, ਇੱਕ ਚੀਜ਼ ਸਥਿਰ ਰਹੇਗੀ, ਸਟੇਬਲ ਰਹੇਗੀ, ਸਟਿਲ ਰਹੇਗੀ, ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੈ। ਜੇ ਤੂੰ ਉਹਦੇ ਨਾਲ ਜੁੜ ਗਿਆ ਫਿਰ ਸੰਸਾਰ ਦੇ ਦੁੱਖਾਂ ਵਿੱਚ ਦੁਖੀ ਨਹੀਂ ਹੋਏਗਾ, ਕਿਉਂਕਿ ਸਾਰੀਆਂ ਚੀਜ਼ਾਂ ਤੇਰੀਆਂ ਆਸਾਂ ਟੁੱਟ ਸਕਦੀਆਂ ਨੇ, ਇੱਕ ਰੱਬ ਤੇਰੀ ਆਸ ਨਹੀਂ ਟੁੱਟਣ ਦੇ। ਇਸ ਲਈ ਧਰ ਜੀਅਰੇ ਇੱਕ ਟੇਕ ਤੂੰ, ਲਾਹੇ ਬਿਡਾਨੀ ਆਸ,
ਨਾਨਕ ਨਾਮ ਧਿਆਈ ਹੈ ਕਾਰਜ ਆਵੇ ਰਾਸ। ਅੱਜ ਮਹਾਰਾਜ ਨੇ ਬਚਨ ਕਿਹਾ ਜਿਹੜੀ ਚੀਜ਼ ਚੋਂ ਸੁੱਖ ਮਿਲਣਾ ਹੈ ਇਹ ਮਨੁੱਖ ਉਹਦੇ ਨਾਲ ਚਿੱਤ ਨਹੀਂ ਲਾਉਂਦਾ। ਤਾਮਸ ਲੱਗਾ ਸਦਾ ਫਿਰੈ ਅਹਨਿਸ ਜਲਤ ਬਿਹਾਈ। ਕਹਿੰਦੇ ਸਾਰੀ ਉਮਰ ਤਾਮਸ ਭਾਵ ਤਮਾ ਗੁਣ ਵਿੱਚ ਹੀ ਰਹਿੰਦਾ। ਉਹ ਵੀ ਮਿਲ ਜਾਏ ਆ ਵੀ ਮਿਲ ਜਾਏ, ਉਹ ਮਿਲਣ ਤੋਂ ਬਾਅਦ ਅੱਗੇ ਹੋਰ ਇੱਛਾ ਜਾਗ ਪੈਂਦੀ ਹੈ, ਉਮਰ ਘਟਦੀ ਜਾਂਦੀ ਹੈ, ਸ਼ਾਮਾਂ ਵੱਧਦੀਆਂ ਜਾਂਦੀਆਂ ਨੇ। 10 ਵਸਤੂ ਲੈ ਪਾਛੈ ਪਾਵੇ, ਇੱਕ ਵਸਤ ਕਾਰਨ ਵੇ ਖੋਟ ਗਵਾਵੇ। ਜੋ ਮਿਲਿਆ ਉਹਨੂੰ ਭੁੱਲ ਜਾਂਦਾ ਹੈ, ਤਮਾ ਵੱਧਦੀ ਜਾਂਦੀ ਹੈ। ਆਪਣੇ ਬਾਰੇ, ਪੁੱਤਾਂ ਬਾਰੇ, ਪੋਤਿਆਂ ਬਾਰੇ, ਅੱਗੇ ਤੋਂ ਅੱਗੇ ਇਹ ਮਨੁੱਖ ਹੋਰ ਤਮਾ ਵੱਧਦੀ ਹੈ। ਤੇ ਮਹਾਰਾਜ ਜੀਆਂ ਨੇ ਬਚਨ ਕਹੇ ਅਹਨਿਸ ਦਿਨ ਰਾਤ। ਭਾਈ ਇਹ ਬੰਦਾ ਜਲਤ ਬਿਹਾਏ, ਦੁਖੀ ਹੀ ਰਹਿੰਦਾ। ਇੱਕ ਇੱਛਾ ਪੂਰੀ ਹੋਣ ਤੋਂ ਬਾਅਦ ਹੋਰ ਇੱਛਾ ਜਾਗ ਪੈਂਦੀ ਹੈ। ਇੱਛਾਵਾਂ ਵੱਧਦੀਆਂ ਰਹਿੰਦੀਆਂ ਨੇ, ਬੰਦਾ ਮਨ ਕਰਕੇ ਦੁਖੀ ਰਹਿੰਦਾ, ਕਦੇ ਵੀ ਸੁਖੀ ਸੈਟੀਸਫਾਈ ਨਹੀਂ ਹੁੰਦਾ। ਜੇ ਕੁਝ ਪਲਾਂ ਲਈ ਖੁਸ਼ ਹੁੰਦਾ ਫਿਰ ਅਗਲੇ ਕੁਝ ਦਿਨਾਂ ਬਾਅਦ ਉਦਾਸ ਹੋ ਜਾਂਦਾ। ਤੁਹਾਡਾ ਤਜਰਬਾ ਰਹਿਣਾ, ਬਹੁਤ ਮਿਹਨਤ ਕਰਕੇ ਪਲਾਟ ਲਿਆ, ਘਰ ਬਣਾਇਆ, ਕੋਠੀ ਬਣਾਈ, ਫਿਰ ਤੁਸੀਂ ਉਹਦਾ ਉਦਘਾਟਨ ਕਰਦੇ ਹੋ, ਰਿਸ਼ਤੇਦਾਰ ਸੱਦਦੇ ਹੋ, ਉਹ ਬਹੁਤ ਇਸ ਤਰ੍ਹਾਂ ਉਦੋਂ ਵਿਖਾਇਆ ਜਾਂਦਾ ਵੀ ਜਿਹੜਾ ਆਵੇ ਉਹ ਕਵੇ ਵਾਹ ਜੀ ਵਾਹ, ਬੈਡਰੂਮ ਬਹੁਤ ਵਧੀਆ ਬਣਾਏ ਨੇ, ਕੋਠੀ ਬਹੁਤ ਜਗ੍ਹਾ 'ਤੇ ਹੈ, ਲੋਕੇਸ਼ਨ ਬਹੁਤ ਵਧੀਆ, ਅਪਰੋਚ ਬਹੁਤ ਵਧੀਆ। ਇਹ ਆਪਾਂ ਸੁਣਨਾ ਚਾਹੁੰਦੇ ਹਾਂ। ਔਰ ਉਹਦੇ ਵਿੱਚ ਸਾਧ ਸੰਗਤ 200-400 ਰਿਸ਼ਤੇਦਾਰ ਬੰਦੇ ਆ ਜਾਣ, ਉਹ 200-400 ਬੰਦਿਆਂ 'ਚੋਂ 300-350 ਬੰਦਾ ਉਸਤਤ ਕਰ ਜਾਏਗਾ, ਲੋਕੇਸ਼ਨ ਬਹੁਤ ਵਧੀਆ, ਅਪਰੋਚ ਵਧੀਆ, ਬਈ ਆਹ ਤਾਂ ਬਹੁਤ ਵਧੀਆ ਬਣਾਇਆ, ਤੁਸੀਂ ਖੁਸ਼ ਹੁੰਦੇ ਰਹਿੰਦੇ ਹੋ। ਜਾਣ ਲੱਗਿਆ 1-2-4 ਸੱਜਣ ਐਸੇ ਹੋਣਗੇ ਜਿਹੜੇ ਕਹਿਣਗੇ ਵੀ ਜੇ ਕਿਤੇ ਨਾਲ ਦਾ ਵੀ ਪਲਾਟ ਮਿਲ ਜਾਂਦਾ ਨਾ, ਤੁਹਾਡਾ ਇੱਧਰ ਵਧੀਆ ਗੱਡੀਆਂ ਖੜੀ ਕਰਨ ਨੂੰ ਹੋ ਜਾਣ ਸੀ, ਇੱਧਰ ਹੁਣ ਉਸ ਦਿਨ ਤੋਂ ਬਾਅਦ ਉਹ ਚੀਜ਼ ਚੱਲ ਪਈ, ਖੁਸ਼ੀ ਅਲੋਪ ਹੋ ਜਾਏਗੀ, ਤੁਹਾਡੀ ਤ੍ਰਿਸ਼ਨਾ ਵੱਧ ਜਾਏਗੀ, ਨਾਲ ਦਾ ਵੀ ਲੈਣਾ ਹੈ, ਗੱਡੀਆਂ ਅਲੱਗ ਖੜੀਆਂ ਹੋ ਜਾਣ, ਆਏ ਗਏ ਲਿਆ ਕੁਝ ਹੋ ਜਾਏ। ਇਸ ਤਰ੍ਹਾਂ ਮਨੁੱਖ ਦੀਆਂ ਇੱਛਾਵਾਂ ਵੱਧਦੀਆਂ ਨੇ, ਉਹ ਤਮਾਂ ਵਿੱਚ ਦੁਖੀ ਰਹਿੰਦਾ। ਸਾਹਿਬ ਕਹਿੰਦੇ ਐਨਿਸ ਜਲਤ ਵਿਹਾਏ, ਸੰਸਾਰ ਦੇ ਲੋਕ ਗੁਰੂ ਦੇ ਗਿਆਨ ਤੋਂ ਬਗੈਰ ਜਲਦੇ ਹੀ ਰਹਿੰਦੇ ਹਨ। ਜੋ ਤਿਸ ਭਾਵੈ ਸੋ ਥੀਐ ਕਹਿਣਾ ਕਿਛੂ ਨਾ ਜਾਏ। ਤਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਬਚਨ ਕਹਿੰਦੇ ਭਾਈ ਕਹਿਣ ਤੋਂ ਬਾਹਰ ਹੀ ਗੱਲ ਹੈ, ਕੀ ਕਹਿ ਸਕਦੇ। ਜੋ ਤਿਸ ਭਾਵੈ ਸੋ ਥੀਏ, ਇਹ ਸਭ ਸੰਸਾਰ ਦੇ ਅੰਨੇ ਦੁਖੀ ਲੋਕ ਕਹਿੰਦੇ ਰੱਬ ਦੇ ਹੁਕਮ ਵਿੱਚ ਹੀ ਹੈ, ਉਹਦੀ ਕਿਰਪਾ ਹੋਵੇ ਤਾਂ ਸਮਝ ਆਉਂਦੀ ਹੈ, ਕਹਿਣਾ ਕਿਛੂ ਨਾ ਜਾਏ। ਇਸ ਤਰ੍ਹਾਂ ਭਟਕੇ ਹੋਏ ਦੁਖੀ ਤਮਾਂ ਵਿੱਚ ਜੀਣ ਵਾਲੇ ਲੋਕਾਂ ਬਾਰੇ ਕੀ ਕਹਿਣਾ ਹੈ, ਕਿਉਂਕਿ ਮਨੁੱਖ ਰੱਜਦਾ ਨਹੀਂ, ਦੂਜੇ ਦੇ ਸਮਝਾਉਣ ਨਾਲ ਛੇਤੀ ਸਮਝਦਾ ਨਹੀਂ। ਜਿਵੇਂ ਸਿਆਣੇ ਕਹਿੰਦੇ ਵੀ ਮੱਛੀ ਜਿਹੜੀ ਉਹ ਪੱਥਰ ਚੱਟ ਕੇ ਮੁੜਦੀ ਹੈ, ਇੱਦਾਂ ਕਿਸੇ ਨੂੰ ਗੱਲਾਂ ਨਾਲ ਕਹੀ ਜਾਓ ਭਾਈ ਇਹਦੇ ਵਿੱਚ ਕੁਝ ਨਹੀਂ ਹੈ, ਉਹ ਕਹਿੰਦਾ ਵੇਖ ਕੇ ਦੇਖਾਂਗੇ। ਮਨੁੱਖ ਮੁੜਦਾ ਨਹੀਂ ਹੈ। ਹਾਂ, ਕਰਮ ਭਾਗ ਜਾਗ ਜਾਣ, ਗੁਰੂ ਦੀ ਨਜ਼ਰ ਕਿਰਪਾ ਹੋ ਜਾਏ, ਫਿਰ ਉਹਦੇ ਜੀਵਨ ਵਿੱਚ ਮੋੜਾ ਪੈਂਦਾ। ਜਿਸ ਸਤਿਗੁਰੂ ਦਾ ਅੱਜ ਆਪਾਂ ਗੁਰਤਾ ਗੱਦੀਪੁਰ ਮਨਾਉਣਾ, ਸਾਧ ਸੰਗਤ ਵੇਖੋ ਕਿਵੇਂ ਜੀਵਨ ਵਿੱਚ ਮੋੜਾ ਪੈਂਦਾ। ਦੋ ਚੀਜ਼ਾਂ ਨੇ, ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਦੀ ਨਦਰ ਕਿਰਪਾ ਬਖਸ਼ਿਸ਼ ਕਰਮ ਭਾਗ ਵੱਡੇ ਹੋਣ। ਦੂਜਾ ਉਸ ਜਿਹਦੀ ਭਾਗ ਲੜੀ ਵੱਡੀ ਹੈ, ਭਾਵ ਮਸਤਕ ਦੀ ਭਾਗ ਲੜੀ ਭਾਗਾਂ ਵਾਲੀ ਹੈ, ਉਹਨੂੰ ਦੋ ਚੀਜ਼ਾਂ ਗੁਰੂ ਦੀ ਕਿਰਪਾ ਨਾਲ ਮਿਲ ਜਾਣ, ਇੱਕ ਸੱਚੀ ਵਿਚਾਰ ਤੇ ਦੂਜਾ ਸੱਚਾ ਆਚਾਰ। ਆਚਾਰ ਔਰ ਵਿਵਹਾਰ ਇਹ ਵਿਚਾਰ ਨਾਲ ਬਹੁਤ ਗਹਿਰਾ ਤਾਲਮੇਲ ਰੱਖਦਾ, ਵਿਚਾਰ ਨਾਲ ਮਨ ਮੁੜਦਾ। ਪਰ ਸਾਧ ਸੰਗਤ ਜਦੋਂ ਉਸ ਵਿਚਾਰ ਦੇ ਮੁਤਾਬਕ ਕੋਈ ਆਚਾਰ ਵੇਖਦਾ, ਉਹ ਗੁਰੂ ਦੀ ਨਜ਼ਰ ਕਿਰਪਾ, ਫਿਰ ਉਹ ਬੰਦਾ ਪੂਰਾ ਹੀ ਸਾਧਿਆ ਜਾਂਦਾ। ਕਈ ਵਾਰ ਵਿਚਾਰ ਨਾਲ ਮਨ ਰੁਕ ਜਾਂਦਾ ਵੀ ਹਾਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਇਸ ਤਰ੍ਹਾਂ ਕਰਨਾ ਚਾਹੀਦਾ, ਥੋੜ੍ਹੇ ਮਹੀਨਿਆਂ ਬਾਅਦ ਫਿਰ ਮਨ ਉੱਧਰ ਤੁਰ ਪੈਂਦਾ। ਵਿਚਾਰ ਨਾਲ ਔਗਣਾ ਵੱਲੋਂ ਰੁਕ ਜਾਂਦਾ, ਫਿਰ ਕਰਨ ਲੱਗ ਪੈਂਦਾ। ਵਿਚਾਰ ਸੁਣਨ ਤੋਂ ਬਾਅਦ ਕੁਝ ਦਿਨਾਂ ਵਾਸਤੇ ਛੱਡ ਦਿੰਦਾ ਮਾੜੇ ਕਰਮ, ਫਿਰ ਕੁਝ ਦਿਨਾਂ ਬਾਅਦ ਫਿਰ ਕਰਨ ਲੱਗ ਪੈਂਦਾ। ਜਦੋਂ ਉਸ ਵਿਚਾਰ ਦੇ ਨਾਲ ਗੁਰੂ ਦੀ ਕਿਰਪਾ ਹੋ ਜਾਏ, ਕਿਸੇ ਆਚਾਰ ਵਾਲੇ ਦੀ ਸੰਗਤ ਮਿਲ ਜਾਏ, ਕਿਸੇ ਚੰਗੇ ਆਚਾਰ ਤੇ ਵਿਵਹਾਰ ਵਾਲੇ ਦੀ ਸੰਗਤ ਮਿਲ ਜਾਏ, ਸਾਧ ਸੰਗਤ ਤੋਂ ਸੰਗਤ ਬੰਦੇ ਨੂੰ ਗਹਿਰੇ ਸੰਸਾਰ ਵਿੱਚੋਂ ਕੱਢ ਕੇ ਨਿਰੰਕਾਰ ਵੱਲ ਲੈ ਜਾਂਦੀ ਹੈ। ਇਹ ਤੁਹਾਡੀ ਜ਼ਿੰਦਗੀ ਦੇ ਤਜਰਬੇ 'ਚ ਰਹਿਣਾ ਕਿ ਮਾੜੇ ਤੋਂ ਮਾੜੇ ਕੁਕਰਮੀ ਬੰਦੇ ਨੂੰ ਕੱਲੀ ਵਿਚਾਰ ਥੋੜੇ ਸਮੇਂ ਲਈ ਰੋਕ ਸਕਦੀ ਹੈ,
ਪਰ ਚੰਗਾ ਆਚਾਰ ਮਿਲ ਜਾਏ ਉਹਨੂੰ ਸਦਾ ਵਾਸਤੇ ਪਵਿੱਤਰ ਕਰ ਸਕਦੀ ਹੈ। ਜਿਵੇਂ ਕਿਸੇ ਨੂੰ ਕੋਈ ਵਿਚਾਰ ਦਿਓ ਵੀ ਸ਼ਰਾਬ ਪੀਣੀ ਮਾੜੀ ਹੈ, ਇੰਨਾ ਰੋਗ ਲੱਗਦੇ ਆ ਕੁਝ ਹੁੰਦਾ ਹੈ, ਉਹ 2-4 ਦਿਨ ਰੁਕ ਜਾਂਦਾ ਹੈ। ਪਰ ਜੇ ਉਹਨੂੰ ਕੋਈ ਆਚਾਰ ਵਾਲਾ ਬੰਦਾ ਮਿਲ ਜਾਏ, ਜਦੋਂ ਉਹ ਹਰ ਰੋਜ਼ ਐਵਰੀ ਡੇ ਸ਼ਾਮੀ 4-5 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ ਉਹਦਾ ਖਤਰਾ ਹੈ ਕਿ ਇਹ ਬੰਦਾ ਸ਼ਰਾਬੀ ਹੋ ਸਕਦਾ ਹੈ, ਇਹ ਬੰਦਾ ਮਾੜੇ ਪਾਸੇ ਜਾ ਸਕਦਾ ਹੈ, ਉਹ 3-4 ਘੰਟੇ ਵਿੱਚ ਕੋਈ ਚੰਗੇ ਆਚਾਰ ਵਾਲੇ ਦੀ ਸੰਗਤ ਮਿਲ ਜਾਏ, ਉਹ ਸੰਗੀ ਬੰਦਾ 4 ਘੰਟਿਆਂ ਲਈ ਸ਼ਾਮੀ ਖਿੱਚ ਕੇ ਉਹਨੂੰ ਸੰਗਤ ਵੱਲ ਲੈ ਜਾਏ ਤਾਂ ਸਾਧ ਸੰਗਤ ਤੋਂ ਬੰਦਾ ਨਿਰੰਕਾਰ ਵੱਲ ਜਾ ਸਕਦਾ ਹੈ। 2-4 ਦਿਨ ਇਸੇ ਲਈ ਸਾਹਿਬ ਨੇ ਸੰਗਤ ਵੱਲ ਪ੍ਰੇਰਿਆ। ਉਹ ਵਕਤ ਜਦੋਂ ਉਹ ਬੰਦਾ ਮਾੜੇ ਪਾਸੇ ਜਾਣ ਦੀ ਸੰਭਾਵਨਾ ਹੈ, ਉਦੋਂ ਤੈਨੂੰ ਆਚਾਰ ਵਾਲੇ ਬੰਦੇ ਮਿਲ ਜਾਣ, ਉਦੋਂ ਕੋਈ ਜੀਵਨ ਵਿਵਹਾਰ ਵਾਲੇ ਲੋਕਾਂ ਦੀ ਸੰਗਤ ਮਿਲ ਜਾਏ, ਤੈਨੂੰ ਖਿੱਚ ਕੇ ਦਲਦਲ ਵਿੱਚੋਂ ਲੈ ਜਾਣਗੇ ਸਾਧ ਸੰਗਤ। ਇਸੇ ਲਈ ਸਾਹਿਬ ਨੇ ਕਿਹਾ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ। ਅੱਜ ਭਾਈ ਲਹਿਣਾ ਧੰਨ ਗੁਰੂ ਅੰਗਦ ਦੇ ਮਹਾਰਾਜ ਬਾਬੇ ਲਹਿਣੇ ਨੂੰ ਇੱਕ ਸ਼ਬਦ ਸੁਣਿਆ। ਉਮਰ ਪਤਾ ਉਸ ਵਕਤ ਕਿੰਨੀ ਹੈ? ਤਕਰੀਬਨ 28 ਸਾਲ, ਭਰ ਜਵਾਨੀ ਦਾ ਵਕਤ ਹੈ। ਬਾਬਾ ਫੇਰੂਮਲ ਬਹੁਤ ਵੱਡੇ ਵਪਾਰੀ ਰਹੇ ਨੇ, ਉਹਨਾਂ ਦਾ ਕਾਰੋਬਾਰ ਮਾਲਵੇ ਤੋਂ ਚੁੱਕ ਕੇ ਉਹਨਾਂ ਨੇ ਇੱਧਰ ਮਾਝੇ ਦੀ ਹੱਦ ਵਿੱਚ ਲਿਆਂਦਾ। ਸੰਗਰ ਤੋਂ ਲੈ ਕੇ ਖਡੂਰ ਤੋਂ ਲੈ ਕੇ ਹਰੀ ਕੇ ਪੱਤਣ ਤੱਕ ਉਹਨਾਂ ਦਾ ਕਾਰੋਬਾਰ, ਲੈਣ ਦੇਣ, ਲੋਕਾਂ ਨਾਲ ਵਪਾਰ। ਤੇ ਆਪਣੇ ਪੁੱਤਰ ਦਾ ਨਾਮ ਹੀ ਉਹਨਾਂ ਸ਼ੁਰੂ ਤੋਂ ਰੱਖਿਆ, ਵਪਾਰੀ ਸਨ। ਮੇਰੇ ਪੁੱਤਰ ਦਾ ਨਾਮ ਹੋਏਗਾ ਲਹਿਣਾ। ਕਿਉਂ? ਲੈਣੇ ਦਾ ਅਰਥ ਹੈ ਵੀ ਇਹਨੇ ਕਿਸੇ ਤੋਂ ਲੈਣੇ ਹੀ ਹੋਣਗੇ, ਦੇਣਾ ਨਹੀਂ ਹੋਏਗਾ ਕਿਸੇ। ਇਹ ਜਦੋਂ ਹੋਵੇ ਜ਼ਿੰਦਗੀ 'ਚ ਲਵੇ ਕਿਸੇ ਤੋਂ, ਉਤੋਂ ਵੀ ਪੈਸੇ ਲੈਣੇ ਨੇ, ਉਤੋਂ ਵੀ ਇਹ ਕਿਸੇ ਦਾ ਦੇਣਦਾਰ ਨਾ ਹੋਵੇ, ਕਿਸੇ ਦਾ ਕਰਜ਼ਾਈ ਨਾ ਹੋਵੇ। ਇਹ ਜਦੋਂ ਹੋਵੇ ਕਿਸੇ ਤੋਂ ਲੈਣ ਵਾਲਾ ਹੀ ਬਣੇ। ਇਸ ਲਈ ਨਾਮ ਲੈਣਾ ਰੱਖ ਦਿੱਤਾ। ਹੁਣ ਡਿਊਟੀ ਵੀ ਉਹ ਲਾ ਦਿੱਤੀ, ਬੇਟਾ ਮੇਰਾ ਕਾਰੋ ਵਿਹਾਰ ਹੈ, ਫਲਾਨੇ ਵਪਾਰੀ ਕੋਲੋਂ ਇੰਨੇ ਪੈਸੇ ਲੈਣੇ, ਫਲਾਨੀ ਜਗ੍ਹਾ ਤੋਂ ਆਹ ਚੀਜ਼ ਲਿਆਉਣੀ, ਇਹ ਕੰਮ ਚੱਲਦਾ। 28 ਸਾਲ ਦੀ ਤਕਰੀਬਨ ਉਮਰ ਹੋਈ। ਇਤਿਹਾਸ ਕਹਿੰਦਾ ਸਨ 1526 ਵਿੱਚ ਪਿਤਾ ਜੀ ਚੜ੍ਹਾਈ ਕਰ ਗਏ। ਬਾਬਾ ਫੇਰੂਮਲ ਜੀ ਦਾ ਇੱਕ ਧਾਰਮਿਕ ਕਰਮ ਸੀ, ਉਹ ਹਰ ਸਾਲ ਯਾਤਰਾ ਲੈ ਕੇ ਜਾਂਦੇ ਸਨ ਦੇਵੀ ਦੇ। ਸਰੀਰ ਛੱਡਣ ਤੋਂ ਪਹਿਲਾਂ ਆਪਣੇ ਪੁੱਤਰ ਨੂੰ ਕਿਹਾ, ਪੁੱਤਰ ਕਾਰੋਬਾਰ ਵੀ ਤੂੰ ਸੰਭਾਲਣਾ, ਨਾਲ ਧਰਮ ਦਾ ਕਰਮ ਵੀ ਕਰਨਾ। ਆਹ ਲੋਕਾਂ ਨੂੰ ਸੇਵਾ ਯਾਤਰਾ ਜੋ ਮੈਂ ਕਰਮ ਕਰ ਰਿਹਾ ਉਹ ਵੀ ਤੂੰ ਕਰਦੇ ਰਹਿਣਾ। ਆਪਣੇ ਪਿਤਾ ਦੀ ਜ਼ਿੰਮੇਵਾਰੀ, ਕਾਰੋਬਾਰ ਵੀ ਸੰਭਾਲ ਲਿਆ ਤੇ ਧਰਮ ਦਾ ਕਰਮ ਵੀ। ਬਹੁਤੇ ਕਰਮ ਅਸੀਂ ਇਸੇ ਤਰ੍ਹਾਂ ਕਰ ਰਹੇ ਹਾਂ ਸਾਡੇ ਮਾਂ ਪਿਓ ਕਰਦੇ ਸੀ। ਬਹੁਤ ਲੋਕ ਨੇ ਜਿਹੜੇ ਇਹਨਾਂ ਦਿਨਾਂ ਵਿੱਚ ਸ਼ਰਾਧ ਕਰਦੇ। ਮੈਂ ਉਹਨਾਂ ਨੂੰ ਪੁੱਛਿਆ ਕਾਹਦੇ ਵਾਸਤੇ? ਕਹਿੰਦੇ ਜੀ ਉਹ ਬਜ਼ੁਰਗ ਕਰਦੇ ਸੀ, ਉਹਨਾਂ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ। ਹੁਣ ਬਾਬਾ ਲਹਿਣਾ ਉਹ ਕਰਮ ਕਰਨ ਲੱਗ ਪਏ। ਇਤਿਹਾਸ ਕਹਿੰਦਾ ਵੀ 6 ਸਾਲ ਪਿਤਾ ਜੀ ਤੋਂ ਬਾਅਦ ਯਾਤਰਾ ਜਾਂਦੇ ਰਹੇ। 6 ਸਾਲ 1526 ਤੋਂ ਲੈ ਕੇ ਸਨ 1532 ਤੱਕ 6 ਸਾਲ ਯਾਤਰਾ ਲੈ ਕੇ ਜਾਂਦੇ ਰਹੇ। 6 ਸਾਲਾਂ ਬਾਅਦ ਇੱਕ ਵਿਚਾਰ ਸੁਣੀ, ਇੱਕ ਸ਼ਬਦ ਸੁਣਿਆ ਜੋ ਭਾਈ ਜੋਧ ਸਾਹਿਬ ਦੀ ਰਸਨਾ ਤੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਹੋਇਆ। ਆਸਾ ਦੀ ਵਾਰ ਅੰਦਰ 21ਵੀਂ ਪੌੜੀ ਹੈ, ਜਿਤ ਸਾਹਿਬ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚੇ ਦੇ ਲੰਮੀ ਨਦਰ ਨਿਹਾਲੀਐ, ਕਿਛ ਲਾਹੇ ਉੱਪਰ ਘਾਲੀਐ। ਜਦੋਂ ਆ ਪੌੜੀ ਸੁਣੀ ਨਾ ਤੇ ਅੰਦਰ ਵਿਚਾਰ ਸ਼ੁਰੂ ਹੋ ਗਈ, ਉਹ ਕਿਹੜਾ ਸਾਹਿਬ ਹੈ ਜਿਹਨੂੰ ਸੇਵਣ ਨਾਲ ਸੁੱਖ ਮਿਲਦਾ ਹੈ। ਮੇਰੇ ਕੋਲ ਪੈਸਾ, ਕਾਰੋਬਾਰ ਵੀ ਬਹੁਤ ਹੈ, ਮੈਂ ਧਾਰਮਿਕ ਕਰਮ ਦੇ ਵੀ ਯਾਤਰਾ ਲਈ ਵੀ ਜਾਂਦਾ, ਲੋਕਾਂ ਨੂੰ ਵੀ ਲੈ ਕੇ ਜਾਂਦਾ, ਪਰ ਮੇਰੇ ਕੋਲ ਉਹ ਸੁੱਖ ਨਹੀਂ। ਫਿਰ ਵੀ ਇਹ ਸੰਸਾਰ ਦੀ ਮਾਇਆ ਦੇ ਬੰਧਨ, ਤ੍ਰਿਸ਼ਨਾ, ਰੋਗ, ਘਰ ਵਿੱਚ ਵਿਕਲ, ਇਹ ਸਭ ਕੁਝ ਹੈ। ਉਹ ਕਿਹੜਾ ਸਾਹਿਬ ਹੈ ਜਿਹਨੂੰ ਸਿਮਰਨ ਨਾਲ ਸੁੱਖ ਮਿਲਦਾ ਹੈ? ਜਿਤ ਸੇਵੇ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਉਹ ਕਿਹੜਾ ਸਾਹਿਬ ਹੈ ਜਿਹਨੂੰ ਸੰਭਾਲਣ ਨਾਲ, ਸਿਮਰਨ ਨਾਲ ਸੁੱਖ ਪ੍ਰਾਪਤ ਹੁੰਦਾ ਹੈ? ਹੁਣ ਵਿਚਾਰ ਅੰਦਰ ਚੱਲ ਪਈ। ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ। ਭਾਈ ਜਿਹਦੇ ਕਰਕੇ ਪਛਤਾਉਣਾ ਪਵੇ ਉਹ ਕਰਮ ਨਾ ਕਰ, ਉਹਨੂੰ ਸਿਮਰ ਜਿਹਨੂੰ ਸਿਮਰ ਕੇ ਸੁੱਖ ਮਿਲਦਾ ਹੈ। ਅੰਦਰ ਵਿਚਾਰ ਚੱਲ ਪਈ, ਕੀ ਇਹ ਸੁੱਖ ਹੋ ਵੀ ਸਕਦਾ ਹੈ? ਕੱਲੀ ਵਿਚਾਰ ਸੁਣੀ ਨਹੀਂ,
ਹੁਣ ਗੁਰੂ ਨਾਨਕ ਸਾਹਿਬ ਦੀ ਨਜ਼ਰ ਹੋਈ, ਆਚਾਰ ਵੀ ਸਾਹਮਣੇ ਆ ਕੇ ਖੜ ਗਏ। ਮੈਂ ਪਹਿਲਾਂ ਬੇਨਤੀ ਕੀਤੀ, ਵਿਚਾਰ ਰੋਕਦਾ ਕੁਝ ਦਿਨਾਂ ਵਾਸਤੇ, ਤੁਹਾਡੇ ਵਿਚਾਰ ਰੁਕ ਸਕਦੇ ਨੇ, ਵਿਚਾਰ ਨਾਲ ਵਿਚਾਰ ਟਕਰਾ ਕੇ ਵਿਚਾਰ ਮੰਦੇ ਰੁਕ ਜਾਂਦੇ ਨੇ, ਪਰ ਉਸ ਵਕਤ ਕੋਈ ਚੰਗਾ ਆਚਾਰ ਚਾਹੀਦਾ ਜਿਹੜਾ ਤੁਹਾਨੂੰ ਖਿੱਚ ਕੇ ਚੰਗੇ ਪਾਸੇ ਲੈ ਜਾਏ। ਜਦੋਂ ਬਾਬਾ ਲਹਿਣਾ ਜੀ ਨੇ ਵਿਚਾਰ ਸੁਣੀ, ਅੰਦਰ ਉਹ ਵਿਚਾਰ ਚੱਲ ਪਈ, ਆਪਣੀਆਂ ਵਿਚਾਰਾਂ ਰੁਕ ਗਈਆਂ, ਗੁਰੂ ਦੀ ਵਿਚਾਰ ਸ਼ੁਰੂ ਹੋ ਗਈ। ਨਜ਼ਰ ਹੋਈ ਉਹਨਾਂ ਦਿਨਾਂ ਵਿੱਚ ਆਚਾਰ ਵੀ ਸਾਹਮਣੇ ਆ ਗਿਆ। ਇਤਿਹਾਸ ਕਹਿੰਦਾ ਜਿਹੜੀ ਹੱਟ ਦੁਕਾਨ ਕਰਿਆਨੇ ਦੀ ਕਰਦੇ ਨੇ ਨਾ, ਉਸ ਹੱਟ ਤੇ ਅੱਜ ਬੈਠੇ ਨੇ, ਸ਼ਾਮਾਂ ਪਈਆਂ ਨੇ, ਇੱਕ ਗਰੀਬਣਾ ਜਿਹਾ ਸੱਜਣ ਸੌਦਾ ਲੈਣ ਆਇਆ, ਇਹ ਅੱਗੇ ਵੀ ਆਉਂਦਾ। ਅੱਜ ਭਾਈ ਲਹਿਣਾ ਜੀ ਨੇ ਵੇਖਿਆ, ਕਈ ਦਿਨਾਂ ਬਾਅਦ ਆਇਆ, ਕਿਉਂਕਿ ਜਿਹੜਾ ਪੱਕਾ ਗ੍ਰਾਹਕ ਹੋਵੇ ਮਾਲਕ ਨੂੰ ਵੀ ਪਤਾ ਹੁੰਦਾ ਗਾਹਕ ਪੱਕਾ ਹੈ, ਗ੍ਰਾਹਕ ਨੂੰ ਵੀ ਪਤਾ ਦੁਕਾਨ ਪੱਕੀ। ਜਦੋਂ ਆਏ ਤੇ ਮਨ ਚ ਆਇਆ ਕਈ ਦਿਨਾਂ ਬਾਅਦ ਆਇਆ, ਖਬਰਸਾਰ ਪੁੱਛ ਲਈ, ਮਿੱਠ ਬੋਲੜੇ ਸਨ, ਭਾਈ ਇੰਨੇ ਦਿਨ ਆਏ ਨਹੀਂ, ਕਿੱਧਰ ਰਹੇ ਹੋ, ਸੌਦਾ ਲੈਣ ਨਹੀਂ ਆਏ, ਅੱਗੇ ਤੂੰ ਰੋਜ਼ ਆਉਨੇ। ਤਾਂ ਗਰੀਬਣਾ ਜਿਹਾ ਸਿੱਖ ਕਹਿੰਦਾ ਹੈ, ਕੋਈ ਸਿਹਤ ਵੀ ਠੀਕ ਨਹੀਂ ਸੀ, ਕਾਰੋਬਾਰ ਵੀ ਨਹੀਂ, ਦਿਹਾੜੀ ਨਹੀਂ ਲੱਗੀ, ਪੈਸੇ ਨਹੀਂ ਸਨ, ਚਲੋ ਇੱਦਾਂ ਗੁਜ਼ਾਰਾ ਚੱਲਦਾ ਰਿਹਾ। ਹੁਣ ਦਿਹਾੜੀ ਲੱਗੀ ਹੈ ਤੇ ਸੌਦੇ ਲੈਣ ਆ ਗਏ। 4 ਅੰਨੇ ਤਲੀ ਦੇ ਅੱਗੇ ਧਰੇ ਤੇ ਸੌਦੇ ਕਿਹਾ, ਆਟਾ ਵੀ ਪਾ ਦਿਓ, ਥੋੜੀ ਦਾਲ ਪਾ ਦਿਓ, ਨਮਕ ਸਹਾਰ ਪਾ ਦਿਓ, ਜੋ ਜੋ ਚੀਜ਼ਾਂ ਘਰ ਦੇ ਪਕਵਾਨ ਲਈ ਥੋੜੀਆਂ ਥੋੜੀਆਂ ਚਾਹੀਦੀਆਂ ਸਨ, ਉਨਿਆਂ ਪੈਸੇ ਦੀ ਥੋੜੀ ਥੋੜੀ ਚੀਜ਼ ਆਈ। ਜਦੋਂ ਸਾਰਾ ਕੁਝ ਪਾਣ ਲੱਗੇ ਤੇ ਭਾਈ ਲੈਣਾ, ਹੁਣ ਦਇਆ ਤਾਂ ਅੰਦਰ ਹੈ ਨਾ, ਜਿੱਥੋਂ ਧਰਮ ਪੈਦਾ ਹੋਣਾ ਉੱਥੇ ਧੌਲ ਧਰਮ ਦਇਆ ਕਾ ਪੂਤ, ਦਇਆ ਚਾਹੀਦੀ ਹੈ। ਉਸ ਗਰੀਬੜੇ ਸਿੱਖ ਦੀ ਗਰੀਬੀ, ਇਮਾਨਦਾਰੀ, ਪਿਆਰ ਉੱਤੇ ਥੋੜੀ ਜਿਹੀ ਦਇਆ ਆਈ। ਦੁਕਾਨਦਾਰ ਨੇ ਆਟਾ ਥੋੜਾ ਵੱਧ ਪਾ ਦਿੱਤਾ। ਗ੍ਰਾਹਕ ਪੁੱਛਦਾ, ਇਹਦਾ ਨਾਮ ਇਤਿਹਾਸ ਵਿੱਚ ਆਇਆ ਭਾਈ ਸ਼ੀਆਂ। ਭਾਈ ਸ਼ੀਆਂ ਸਾਹਿਬ ਪੁੱਛਦੇ ਨੇ ਦੁਕਾਨਦਾਰ ਨੂੰ, ਲਾਲਾ ਜੀ ਰੇਟ ਘਟ ਗਿਆ ਜਾਂ ਤੁਹਾਨੂੰ ਭੁਲੇਖਾ ਲੱਗ ਗਿਆ? ਮੈਂ ਰੋਜ਼ ਲਿਜਾਣ ਵਾਲਾ, ਇੰਨੇ ਪੈਸਿਆਂ ਦਾ ਇੰਨਾ ਆਟਾ ਨਹੀਂ ਆਉਂਦਾ, ਜਾਂ ਤੇ ਤੁਹਾਨੂੰ ਭੁਲੇਖਾ ਲੱਗ ਗਿਆ ਤੇ ਜਾਂ ਫਿਰ ਰੇਟ ਘਟ ਗਿਆ। ਦੁਕਾਨਦਾਰ ਬੋਲਿਆ, ਨਾ ਰੇਟ ਘਟਿਆ ਨਾ ਮੈਨੂੰ ਭੁਲੇਖਾ ਲੱਗਾ, ਮੈਂ ਜਾਣ ਬੁੱਝ ਕੇ ਆਟਾ ਵੱਧ ਪਾਇਆ। ਪਤਾ ਕਿਉਂ? ਉਹ ਤੂੰ ਗਰੀਬ ਹੈ, 2-3 ਦਿਨ ਗੁਜ਼ਰੇ ਤੇਰੇ ਘਰ ਰੋਟੀ ਸ਼ਾਇਦ ਪੱਕੀ ਕਿ ਨਹੀਂ ਪੱਕੀ, ਆਟਾ ਵੱਧ ਇਸ ਲਈ ਪਾਇਆ, 2 ਦਿਨ ਪ੍ਰਸ਼ਾਦਾ ਪੱਕ ਜਾਏਗਾ, 1 ਦਿਨ ਦੀ ਕਮਾਈ ਬਚ ਜਾਏਗੀ, ਤੂੰ ਵੀ ਸੁੱਖ ਲੈ ਲੈਂਗਾ। ਹੱਥ ਜੋੜ ਭਾਈ ਸ਼ੀਏ ਨੇ ਕਿਹਾ ਦੁਕਾਨਦਾਰ ਨੂੰ, ਲਾਲਾ ਜੀ ਇਹ ਮੇਰੇ ਗੁਰੂ ਦਾ ਹੁਕਮ ਨਹੀਂ, ਮੇਰੇ ਗੁਰੂ ਦਾ ਹੁਕਮ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਮਾ ਤਾਂ ਭਰੇ ਜਹਾਂ ਮੁਰਦਾਰ ਨਾ ਖਾਏ। ਮੈਂ ਆਪਣਾ ਹੱਕ ਖਾਣਾ, ਇਸ ਤਰ੍ਹਾਂ ਨਹੀਂ। ਆ ਕਿਰਤ ਕਰਨ ਲਈ ਗੁਰੂ ਨੇ ਹੱਥ ਦਿੱਤੇ ਨੇ, ਵਾਧੂ ਪਾਇਆ ਆਟਾ ਕੱਢ ਲਓ, ਮੈਂ ਹੱਕ ਨਹੀਂ ਪਰਾਇਆ ਖਾ ਸਕਦਾ, ਮੈਂ ਆਪਣੇ ਹੱਕ ਦੀ ਖਾਣੀ ਹੈ, ਮੇਰੇ ਗੁਰੂ ਦਾ ਹੁਕਮ ਹੈ, ਪਰਾਇਆ ਹੱਕ ਨਹੀਂ, ਮੰਗਵਾ ਨਹੀਂ। ਲਾਲਾ ਜੀ ਆਟਾ ਕੱਢ ਲਓ। ਬੜਾ ਹੈਰਾਨ ਹੋਇਆ, ਉਹਨੇ ਆਟਾ ਕੱਢ ਲਿਆ। ਮਨ ਅੰਦਰ ਆਉਂਦਾ ਹੈ, ਇਹਦਾ ਕਿਹੜਾ ਗੁਰੂ ਹੈ? ਹੁਣ ਜਿਹੜੀ ਗੱਲ ਵਿਚਾਰ ਵੇ ਥੋੜੇ ਦਿਨ ਪਹਿਲਾਂ ਸੁਣੀ ਸੀ ਭਾਈ ਜੋਤ ਸਾਹਿਬ ਕੋਲੋਂ, ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਅੱਜ ਵੇਖਿਆ ਬੰਦਾ ਘੱਟ ਵਿੱਚ ਵੀ ਸੁਖੀ ਹੈ, ਥੋੜੇ ਵਿੱਚ ਵੀ ਸੁਖੀ ਹੈ। ਹੱਥ ਜੋੜ ਕਹਿੰਦਾ, ਤੇਰਾ ਗੁਰੂ ਕੌਣ ਹੈ? ਉਹਨੇ ਕਿਹਾ, ਮੇਰਾ ਗੁਰੂ ਧੰਨ ਗੁਰੂ ਨਾਨਕ ਸਾਹਿਬ, ਮੇਰਾ ਗੁਰੂ ਧੰਨ ਗੁਰੂ ਨਾਨਕ ਸਾਹਿਬ ਸ਼੍ਰੀ ਕਰਤਾਰਪੁਰ ਰਹਿੰਦੇ ਨੇ। ਇੰਨਾ ਕਹਿ ਕੇ ਸੌਦੇ ਚੋਂ ਕਾਟਾ ਲੈ ਕੇ ਭਾਈ ਸ਼ੀਆਂ ਤੁਰ ਗਏ। ਉਹ ਦੁਕਾਨਦਾਰ ਦੇ ਮਨ ਵਿੱਚ ਖਿਆਲ ਆਉਂਦਾ, ਵੇਖਾਂ ਤਾਂ ਸਹੀ, ਇਹ 3-4 ਦਿਨ ਦੀ ਘਰ ਵਿੱਚ ਰੋਟੀ ਨਹੀਂ ਪੱਕੀ, ਅੱਜ ਇੰਨਾ ਕਾਟਾ ਲੈ ਕੇ ਚੱਲਿਆ 3-4 ਪ੍ਰਸ਼ਾਦਿਆਂ ਦਾ, ਇਹਦੇ ਘਰ ਵਾਲੇ ਤਾਂ ਇੱਕ ਦੂਜੇ ਤੋਂ ਖੋ ਖੋ ਕੇ ਖਾਣਗੇ, ਕਿਉਂ ਭੁੱਖੇ ਹੋਣਗੇ? ਵੇਖਾਂ ਕਿਸ ਤਰ੍ਹਾਂ ਦੇ ਨੇ। ਦੁਕਾਨਦਾਰ ਮਗਰ ਤੁਰ ਗਿਆ, ਪੈਰ ਦੱਬਦਿਆਂ ਥੋੜੀ ਬਾਟ ਨਾਲ ਜਾ ਰਿਹਾ। ਕਹਿੰਦੇ ਨੇ ਜਾ ਕੇ ਉਸ ਕੱਚੇ ਘਰ ਦੇ ਬਾਹਰ ਲੱਗੀ ਹੋਈ ਉਹ ਲੱਕੜੀਆਂ ਦੀ ਇੱਟੀ ਉਹਦੇ ਕੋਲ ਖਲੋ ਗਿਆ। ਭਾਈ ਸ਼ੀਏ ਨੇ ਆਟਾ ਸਮਾਨ ਘਰ ਵਿੱਚ ਜਾ ਕੇ ਦਿੱਤਾ। ਘਰ ਵਾਲੀ ਨੇ ਭੋਜਨ ਤਿਆਰ ਕਰਨਾ ਸ਼ੁਰੂ ਕੀਤਾ। ਛੋਟਾ ਜਿਹਾ ਬੱਚਾ ਭਾਈ ਸ਼ੀਏ ਨੇ ਬੱਚੀ ਆਪਣੀ ਗੋਦੀ ਵਿੱਚ ਚੁੱਕ ਲਈ। ਘੜੇ ਚੋਂ ਪਾਣੀ ਪੀਣ ਲਈ ਉਹਦੇ ਘਰ ਵਾਲੀ ਨੇ ਦੇ ਦਿੱਤਾ। ਪਾਣੀ ਪੀ ਕੇ ਭਾਈ ਸ਼ੀਆਂ ਆਪਣੀ ਬੱਚੀ ਨੂੰ ਖਿਡਾਉਂਦਾ, ਪਿਆਰ ਕਰਦਾ। ਇੰਨੇ ਨੂੰ ਪ੍ਰਸ਼ਾਦਾ ਬਣ ਗਿਆ, ਅਜੇ ਥਾਲ ਵਿੱਚ ਪਰੋਸ ਕੇ ਦਾਲ ਧਰ ਕੇ ਛਕਣ ਹੀ ਲੱਗੇ ਨੇ। ਉਹ ਲਾਲਾ ਦੁਕਾਨਦਾਰ ਵੇਖਦਾ ਤੇ ਇਤਿਹਾਸ ਕਹਿੰਦਾ, ਇੰਨੇ ਨੂੰ ਦਰਵਾਜ਼ੇ ਤੇ ਇੱਕ ਫਕੀਰ ਸਾਧੂ ਆ ਕੇ ਆਵਾਜ਼ ਦਿੰਦਾ, ਭਾਈ ਸ਼ੀਏ। ਆਵਾਜ਼ ਸੁਣ ਕੇ ਮਨ ਚ ਆਇਆ, ਮੇਰਾ ਨਾਂ ਲੈ ਕੇ ਕਿਸੇ ਨੇ ਬੁਲਾਇਆ। ਪ੍ਰਸ਼ਾਦਾ ਛੱਡੇ ਉੱਠ ਕੇ ਦਰਵਾਜ਼ੇ ਚਲੇ ਗਏ।
ਜਦੋਂ ਦਰਵਾਜ਼ੇ ਗਏ ਤੇ ਇੱਕ ਫਕੀਰ ਸਾਧੂ ਖੜਾ ਹੈ। ਦੱਸੋ ਬਾਬਾ ਜੀ। ਉਹ ਸਾਧੂ ਬੋਲਿਆ, ਭਾਈ ਛੀਏ, ਮੈਂ ਇਸ ਨਗਰ ਵਿੱਚ ਪਹਿਲੀ ਵਾਰ ਆਇਆ, ਭੁੱਖ ਲੱਗੀ ਸੀ, ਪੁੱਛਿਆ ਭਾਈ ਕਿਤੋਂ ਪ੍ਰਸ਼ਾਦਾ ਮਿਲ ਸਕਦਾ ਹੈ? ਤੇ ਪਿੰਡ ਵਾਲਿਆਂ ਇੱਕ ਗੱਲ ਕਹੀ ਹੈ, ਹੋਰ ਕਿਸੇ ਦੇ ਘਰ ਪ੍ਰਸ਼ਾਦਾ ਮਿਲੇ ਜਾਂ ਨਾ ਮਿਲੇ, ਇੱਕ ਗੁਰੂ ਨਾਨਕ ਦਾ ਸਿੱਖ ਰਹਿੰਦਾ ਭਾਈ ਛੀਆਂ, ਉਹਦੇ ਘਰ ਪ੍ਰਸ਼ਾਦਾ ਜ਼ਰੂਰ ਮਿਲਦਾ ਹੈ। ਇੰਨੀ ਗੱਲ ਸੁਣੀ ਤੇ ਅੱਖਾਂ ਭਰ ਗਈਆਂ। ਹੱਥ ਜੋੜ ਸ਼ੁਕਰਾਨਾ ਕਰਕੇ ਕਹਿੰਦਾ, ਵਾਹ ਦਾਤਿਆ, ਮੇਰੇ ਨਾਂ ਨੂੰ ਹੁਣ ਲੋਕ ਤੇਰੇ ਨਾਮ ਨਾਲ ਜਾਣਨ ਲੱਗ ਪਏ ਨੇ। ਇਹ ਤੇਰਾ ਤਰਸ, ਤੇਰੀ ਕਿਰਪਾ ਹੈ, ਕੋਈ ਮੈਨੂੰ ਗੁਰੂ ਨਾਨਕ ਦੇ ਸਿੱਖ ਨਾਲ ਜਾਣਨ ਲੱਗ ਪਿਆ। ਹੱਥ ਜੋੜ ਕੇ ਆਓ ਬਾਬਾ ਜੀ। ਉਹ ਭਿਖਾਰੀ ਨੂੰ, ਸਾਧੂ ਨੂੰ ਬਿਠਾਇਆ, ਥਾਲੀ ਪ੍ਰਸ਼ਾਦਿਆਂ ਵਾਲੀ ਅੱਗੇ ਕਰ ਦਿੱਤੀ। ਸਾਧੂ ਨੇ ਵੇਖਿਆ ਵੀ ਪ੍ਰਸ਼ਾਦੇ ਇਹਦੇ ਕੋਲ ਵੀ ਘੱਟ ਹੀ ਲੱਗਦੇ ਨੇ, ਕਿਉਂ ਅਨੁਮਾਨ ਲੱਗ ਹੀ ਜਾਂਦਾ ਹੈ। 2 ਪ੍ਰਸ਼ਾਦੇ ਉਹ ਸਾਧੂ ਨੇ ਛਕੇ। ਭੁੱਖ ਤੇ ਹੋਰ ਸੀ, ਉਹਨੇ ਹੋਰ ਮੰਗਿਆ ਨਹੀਂ। ਇੰਜ ਲੱਗਾ ਵੀ ਇੱਕ ਹੀ ਪ੍ਰਸ਼ਾਦਾ ਜਾਪਦਾ ਇਹਨਾਂ ਕੋਲ ਬਚਿਆ। ਉਹ 2 ਛਕ ਕੇ ਧੰਨਵਾਦ ਸ਼ੁਕਰਾਨਾ ਕਰਕੇ ਸਾਧੂ ਚਲਾ ਗਿਆ। ਬਾਹਰ ਖਲੋਤਾ ਲਾਲਾ ਵੇਖਦਾ, ਵਾਹ ਓਏ, ਆਹ ਉਹ ਸੁੱਖ ਹੈ ਜਿਹੜਾ ਕੋਲ ਨਾ ਹੁੰਦਿਆਂ ਵੀ ਕੋਈ ਸੁਖੀ ਹੈ। ਇਹ ਆਪਣੇ ਸਾਹਿਬ ਨੂੰ ਸੇਵਦਾ ਹੈ, ਇੱਥੇ ਦੂਜਿਆਂ ਨੂੰ ਛਕਾ ਕੇ ਵੀ ਸੁਖੀ ਹੈ। ਲੋਕ ਦੂਜਿਆਂ ਦਾ ਖੋ ਕੇ ਵੀ ਦੁਖੀ ਹੁੰਦੇ ਨੇ। ਉਹ ਲਾਲਾ ਖਲੋਤਾ ਹੈ। ਹੁਣ ਇੱਕ ਪ੍ਰਸ਼ਾਦਾ ਬਚਿਆ। ਭਾਈ ਛੀਆਂ ਘਰ ਵਾਲੀ ਨੂੰ ਕਹਿੰਦੇ, ਭਾਗਵਾਨ ਨੇ, ਇੰਜ ਕਰ ਪ੍ਰਸ਼ਾਦਾ ਤੂੰ ਛਕ ਲੈ, ਛੋਟੀ ਜਿਹੀ ਬੱਚੀ ਦੁੱਧ ਪੀਂਦੀ ਹੈ, ਮੇਰਾ ਕੀ ਅੱਜ ਮੈਂ ਫਲਾਨੀ ਜਗ੍ਹਾ ਕੋਈ ਛਕ ਛਕਾ ਲਿਆ। ਆਪਣੇ ਮਨ ਨੂੰ ਪਰੋਸਦਾ। ਅੱਗੋਂ ਉਹਦੇ ਘਰ ਵਾਲੀ ਵੇਖੋ ਸਾਧ ਸੰਗਤ, ਹੱਥ ਜੋੜ ਕੇ ਕਹਿੰਦੀ, ਨਹੀਂ ਜੀ, ਮੈਂ ਸਾਰਾ ਦਿਨ ਘਰ ਵਿੱਚ ਵਿਹਲੀ ਰਹਿੰਦੀ, ਤੁਸੀਂ ਕੰਮ ਕਾਰ ਕਰਦੇ ਹੋ, ਥੱਕ ਜਾਂਦੇ ਹੋ, ਤੁਸੀਂ ਪ੍ਰਸ਼ਾਦਾ ਛਕ ਲਓ, ਮੇਰਾ ਕੀ ਹੈ, ਮੈਂ ਜਲ ਛਕ ਲੈਂਦੀ, ਕੱਲੀ ਦਾਲ ਖਾ ਲੈਂਦੀ ਹੈ। ਇੱਕ ਦੂਜੇ ਦਾ ਸਬਰ ਵੇਖਿਆ। ਪਹਿਲਾਂ ਮਨ ਵਿੱਚ ਸੀ ਕਈ ਦਿਨਾਂ ਦੇ ਭੁੱਖੇ ਨੇ, ਖੋ ਖੋ ਕੇ ਖਾਣਗੇ, ਅੱਜ ਵੇਖਿਆ ਤੇ ਵੰਡ ਕੇ ਖਾ ਰਹੇ ਨੇ। ਉਸ ਲਾਲੇ ਦਾ ਮਨ ਪਸੀਜ ਗਿਆ ਤੇ ਭਾਈ ਛੀਏ ਨੇ ਅੱਧਾ ਅੱਧਾ ਪ੍ਰਸ਼ਾਦਾ ਦੋਵਾਂ ਜੀਆਂ ਛਕਿਆ। ਛਕਣ ਤੋਂ ਪਹਿਲਾਂ ਗੁਰੂ ਨਾਨਕ ਦਾ ਸ਼ੁਕਰਾਨਾ ਕਰਕੇ ਕਿਹਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਜਦੋਂ ਗੁਰੂ ਦੀ ਵਡਿਆਈ ਵਿੱਚ ਇਸ ਤਰ੍ਹਾਂ ਮੂਲ ਮੰਤਰ ਪੜਿਆ, ਦੁਕਾਨਦਾਰ ਤੋਂ ਰਿਹਾ ਨਾ ਗਿਆ। ਪ੍ਰਸ਼ਾਦੇ ਛਕਦਿਆਂ ਵਿਹੜੇ 'ਚ ਆ ਗਿਆ। ਹੱਥ ਜੋੜ ਕਹਿੰਦਾ, ਉਹ ਤੇਰਾ ਸਾਹਿਬ ਕੌਣ ਹੈ ਜਿਹਨੂੰ ਸਿਮਰ ਕੇ ਇੰਨਾ ਸੁੱਖ ਹੈ? ਇੱਥੇ ਦੁੱਖ ਵਿੱਚ ਵੀ ਤੂੰ ਸੁੱਖ ਮਨਾਉਣਾ, ਜੇ ਭੁੱਖ ਦੇ ਤਾਂ ਇੱਥੇ ਹੀ ਰਾਜਾ ਵਾਲੀ ਤੇਰੀ ਅਵਸਥਾ ਹੈ। ਭਾਈ ਤੇਰਾ ਗੁਰੂ ਕਿੱਥੇ ਰਹਿੰਦਾ, ਮੈਂ ਵੀ ਜਾਣਾ। ਭਾਈ ਛੀਏ ਨੇ ਕਿਹਾ, ਉਹ ਕਰਤਾਰਪੁਰ ਰਹਿੰਦੇ ਨੇ। ਆ ਬੇਨਤੀ ਸਮਝਿਓ, ਵਿਚਾਰ ਤੋਂ ਬਾਅਦ ਆਚਾਰ ਸਾਹਮਣੇ ਦਿਸਦਾ ਹੈ। ਕਿਸੇ ਦੀ ਵਿਚਾਰ ਤੁਹਾਡੇ ਮਨ ਨੂੰ ਬੁਰੇ ਪਾਸਿਓਂ ਰੋਕਦੀ ਹੈ, ਆਚਾਰ ਉਹਨੂੰ ਖਿੱਚ ਕੇ ਗੁਰੂ ਤੱਕ ਲੈ ਜਾਂਦਾ ਹੈ। ਅੱਜ ਭਾਈ ਛੀਏ ਉੱਪਲ ਦਾ ਆਚਾਰ ਖਿੱਚ ਕੇ ਲੈ ਗਿਆ ਆਚਰਨ ਗੁਰੂ ਤੱਕ। ਚੱਲ ਪਏ ਗੁਰੂ ਦੀ ਨਗਰੀ, ਸਭ ਕੁਝ ਘਰ ਦਾ ਪਰਿਵਾਰ ਨੂੰ ਸੌਂਪ ਕੇ ਸ਼੍ਰੀ ਕਰਤਾਰਪੁਰ ਸਾਹਿਬ ਵੱਲ। ਤੇ ਜਦੋਂ ਕਡੂਰਿਓਂ ਕਰਤਾਰਪੁਰ ਪਹੁੰਚੇ ਨਾ, ਅਜੇ ਕਰਤਾਰਪੁਰ ਦਾ ਮੋੜ ਹੀ ਮੁੜੇ ਨੇ। ਸਾਹਮਣੇ ਇੱਕ 63 ਸਾਲ ਦਾ ਬਜ਼ੁਰਗ, ਚਿੱਟਾ ਦਾੜ ਹੈ, ਘਾਹ ਖੋਤ ਰਿਹਾ। ਉਹਨੂੰ ਜਾ ਕੇ ਹੁਣ ਹੱਥ ਜੋੜ ਇਹ ਦੁਕਾਨਦਾਰ ਭਾਈ ਲੈਣਾ ਕਹਿੰਦਾ, ਬਾਬਾ ਤੂੰ ਗੁਰੂ ਨਾਨਕ ਦਾ ਘਰ ਜਾਣਦਾ? ਉਹ 63 ਸਾਲ ਦਾ ਬਜ਼ੁਰਗ, ਇੱਧਰ 28 ਸਾਲ ਦੇ ਭਾਈ ਲੈਣਾ ਜੀ, ਤੂੰ ਗੁਰੂ ਨਾਨਕ ਦਾ ਘਰ ਜਾਣਦਾ? ਉਹਨੇ ਕਿਹਾ ਜਾਣਦਾ। ਰੰਬਾ ਛੱਡ ਕੇ ਉਹ ਘੋੜੀ ਤੇ ਬੈਠੇ ਭਾਈ ਲਹਿਣੇ ਵੱਲ ਵੇਖ ਕੇ ਕਿਹਾ, ਜਾਣਦਾ ਮੈਂ ਗੁਰੂ ਨਾਨਕ ਦਾ ਘਰ। ਬਾਬਾ ਫਿਰ ਮੈਨੂੰ ਲਿਜਾਸ ਦੱਸ ਸਕਨੇ, ਗੁਰੂ ਨਾਨਕ ਦਾ ਘਰ ਕਿੱਥੇ, ਕਰਤਾਰਪੁਰ ਵਿੱਚ ਗੁਰੂ ਨਾਨਕ ਕਿੱਥੇ ਰਹਿੰਦੇ ਨੇ, ਮੈਨੂੰ ਦੱਸ ਸਕਨੇ? ਉਹ ਬਜ਼ੁਰਗ 63 ਸਾਲ ਦੀ ਉਮਰ ਹੈ। ਉਹਨੇ ਕਿਹਾ, ਨਹੀਂ ਦੱਸ ਨਹੀਂ ਸਕਦਾ। ਬੜਾ ਹੈਰਾਨ ਹੋ ਕੇ ਕਹਿੰਦੇ, ਨਾਲੇ ਬਾਬਾ ਕਹਿੰਦਾ ਮੈਂ ਜਾਣਦਾ ਤੇ ਨਾਲੇ ਕਹਿੰਦਾ ਗੁਰੂ ਨਾਨਕ ਦਾ ਘਰ ਦੱਸ ਨਹੀਂ ਸਕਦਾ। ਜੇ ਜਾਣਦਾ ਫਿਰ ਦੱਸਦਾ ਕਿਉਂ ਨਹੀਂ? ਉਹ 63 ਵਰਿਆਂ ਦੀ ਉਮਰ, ਬੜੇ ਪਿਆਰ ਵਿੱਚ, ਚਿੱਟਾ ਸ਼ਮਸ਼ ਦਾੜ ਹੈ। ਇੱਕੋ ਗੱਲ ਕਹੀ, ਜੇ ਮੈਂ ਤੈਨੂੰ ਦੱਸਿਆ ਹੋ ਸਕਦਾ ਤੂੰ ਰਸਤੇ ਵਿੱਚ ਫਿਰ ਭਟਕ ਜਾਏ, ਅਜੇ ਤੇਰੇ ਅੰਦਰ ਦੁਬਦਾ ਹੈ, ਤੈਨੂੰ ਮੈਂ ਦੱਸਾਂਗਾ ਨਹੀਂ। ਆਹ ਘੋੜੇ ਦੀ ਬਾਂਗ ਪਕੜਾ, ਮੈਂ ਤੈਨੂੰ ਗੁਰੂ ਨਾਨਕ ਦੇ ਘਰ ਤੱਕ ਲੈ ਜਾ। ਦੱਸਿਆ ਭਟਕ ਸਕਦਾ। ਘੋੜੇ ਦੀ ਬਾਂਗ ਪਕੜੀ ਲੈ ਗਏ। ਪਹੁੰਚ ਕੇ ਧਰਮਸ਼ਾਲ ਆਖਿਆ, ਜੀ ਤੁਸੀਂ ਅੰਦਰ ਦਰਸ਼ਨ ਕਰੋ, ਹੱਥ ਪੈਰ ਧੋਵੋ, ਮੈਂ ਤੁਹਾਡਾ ਘੋੜਾ ਬੰਨ੍ਹ ਦਿੰਦਾ। ਘੋੜਾ ਉਸ ਪੇੜ ਨਾਲ ਬੰਨ੍ਹ ਦਿੱਤਾ। ਹੁਣ ਉਹ ਹੱਥ ਪੈਰ ਧੋ ਕੇ ਸਿੱਖਾਂ ਦੀ ਸੰਗਤ ਵਿੱਚ ਕੁਝ ਜਲ ਪਾਣੀ ਛਕੇ ਅੰਦਰ ਪਹੁੰਚ। ਜਦੋਂ ਅੰਦਰ ਗਏ, ਇਤਿਹਾਸ ਕਹਿੰਦਾ
ਉਹੀਓ 63 ਵਰਿਆਂ ਦਾ ਬਜ਼ੁਰਗ ਪਤਾ ਕੌਣ ਹੈ? ਧੰਨ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤਖਤ ਸਿੰਘਾਸਣ ਤੇ ਬੈਠੇ, ਵੜਦਿਆਂ ਸਾਰ ਧਾਰ ਨਿਕਲ ਗਈ, ਅੱਖਾਂ ਖੁੱਲੀਆਂ ਰਹਿ ਗਈਆਂ। ਇੱਥੇ ਉਹੀਓ ਬਾਬਾ ਮੈਂ ਕੀ ਪਾਪ ਕਮਾ ਬੈਠਾ। ਉਹ ਜਿਸ ਗੁਰੂ ਦੇ ਕੋਲੋਂ ਸੁੱਖ ਲੈਣਾ ਸੀ ਉਸੇ ਗੁਰੂ ਨੂੰ ਤੋੜ ਕੇ ਲਿਆਇਆ, ਆਪ ਘੋੜੀ ਤੇ ਬੈਠਾ ਰਿਹਾ। ਆ ਕੇ ਧੰਨ ਗੁਰੂ ਅੰਗਦ ਦੇ ਮਹਾਰਾਜ ਭਾਈ ਲੈਣਾ ਹੱਥ ਜੋੜ ਖਲੋ ਕੇ ਰੋ ਪਏ। ਸਿੱਖ ਤੋਂ ਪੁੱਛਦੇ ਗੁਰੂ ਨਾਨਕ ਕੌਣ ਨੇ? ਕਹਿਣਗੇ ਸਾਹਮਣੇ ਬੈਠੇ ਨੇ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ। ਸਭ ਕੁਝ ਵੇਖ ਕੇ ਕਿਹਾ ਭਾਈ ਆ ਜਾ, ਉਦਾਸ ਨਾ ਹੋ, ਪਛਤਾਵਾ ਨਾ ਕਰ, ਪਹਿਲਾਂ ਦੱਸ ਤੇਰਾ ਨਾਮ ਕੀ ਹੈ? ਜੀ ਮੇਰਾ ਨਾਮ ਲੈਣਾ। ਕਹਿਣਗੇ ਫਿਰ ਤੇ ਰੋਸ ਕਰਨ ਦੀ, ਪਛਤਾਵਾ ਕਰਨ ਦੀ ਲੋੜ ਹੀ ਕੋਈ ਨਹੀਂ, ਤੂੰ ਲੈਣਾ, ਅਸੀਂ ਤੇਰਾ ਦੇਣਾ, ਪਰ ਲੈਣ ਦੇ ਯੋਗ ਬਣਨਾ ਪੈਣਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਐਸਾ ਸਿਰ ਰੱਖਿਆ, 7 ਸਾਲ ਭਾਈ ਲੈਣੇ ਨੇ ਉਹ ਸੀਸ ਨਹੀਂ ਚੁੱਕਿਆ। ਸਾਧ ਸੰਗਤ ਇੱਥੇ ਅੱਜ ਵੀ ਮੱਥਾ ਟੇਕੀ ਦਾ, ਕੱਲ ਨੂੰ ਕਿਤੇ ਹੋਰ ਪਾਸੇ ਤੁਰ ਪੈਂਦੇ ਨੇ ਲੋਕ। ਘੋੜੇ ਦੀ ਬਾਂਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਿਓ, ਸਮਾਂ ਘੱਟ ਮੈਂ ਵਿੱਚੋਂ ਬੇਨਤੀ ਕਰਾਂ। ਸਰੀਰ ਨੂੰ ਵੀ ਘੋੜੀ ਕਿਹਾ, ਦੇ ਤੇਜਣ ਜੀ ਰਾਮੋ ਪਾਈਆਂ, ਰਾਮ ਜਿੱਦਣ ਸਿੱਖਾ, ਸਰੀਰ ਦੀ ਘੋੜੇ ਦੀ ਬਾਂਗ ਗੁਰੂ ਨੂੰ ਪਕੜਾ ਦੇਗਾ। ਇਹ ਯਾਦ ਰੱਖੀ, ਜਿਨ੍ਹਾਂ ਨੇ ਬਾਂਗ ਨਹੀਂ ਪਕੜਾਈ ਉਹ ਪਤਤ ਪੁੜੇ ਵਿੱਚ ਗਰਕ ਹੋ ਗਏ, ਜਿਨ੍ਹਾਂ ਬਾਂਗ ਨਹੀਂ ਪਕੜਾਈ ਉਹ ਨਸ਼ਿਆਂ ਵਿੱਚ ਗਰਕ ਹੋ ਗਏ। ਜਿਹਨੇ ਆਪਣੀ ਬਾਂਗ ਗੁਰੂ ਨੂੰ ਪਕੜਾ ਦਿੱਤੀ ਉਹਦਾ ਸਾਧ ਸੰਗਤ ਤੇ ਸਰੀਰ ਬੁਰੇ ਪਾਸੇ ਘੋੜੀ ਨਹੀਂ ਗਈ। ਦੇ ਤੇਜਣ ਜੀ ਰਾਮੋ ਪਾਈਆਂ, ਰਾਮ 7 ਸਾਲ ਸੇਵਾ ਕੀਤੀ। ਇੱਕੋ ਗੱਲ ਜਿਹੜੇ ਸਵਾਲ ਜਪਜੀ ਸਾਹਿਬ ਵਿੱਚ ਕਿਹਾ ਸੀ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਉਹਨੂੰ ਅੱਗੇ ਕਈ ਪੌੜੀਆਂ ਤੋਂ ਬਾਅਦ ਜਾ ਕੇ ਜਵਾਬ ਦਿੱਤਾ ਸਾਹਿਬ ਨੇ, ਜੇ ਕੋ ਬੁੱਝੈ ਹੋਵੇ ਸਚਿਆਰ। ਅੱਜ ਬੁੱਝਣ ਦੀ ਗੱਲ ਸੀ। ਸਭ ਤੋਂ ਘੱਟ ਸਮਾਂ ਭਾਈ ਲੈਣਾ ਗੁਰੂ ਅੰਗਦ ਦੇ ਮਹਾਰਾਜ ਰਹੇ ਨੇ ਗੁਰੂ ਨਾਨਕ ਸਾਹਿਬ ਕੋਲ, ਸਿਰਫ 7 ਸਾਲ, 1532 ਤੋਂ 1539, ਔਰ 7 ਸਾਲਾਂ ਵਿੱਚ ਬੁੱਝਿਆ ਗੁਰੂ ਨਾਨਕ ਨੂੰ। ਕੱਲਾ ਪੜ੍ਹਿਆ ਸੁਣਿਆ ਨਹੀਂ, ਜਿੱਦਣ ਬੁੱਝ ਗਏ ਬਿਲਕੁਲ ਖਾਕ ਹੋ ਗਏ। ਗੁਰ ਕੀ ਆਗਿਆ ਮਨ ਮੈਂ ਸਹਿ ਪਰਖ ਕਰਕੇ ਕਹਿੰਦੇ ਨੇ, ਇਤਿਹਾਸ ਤਾਂ ਕਹਿੰਦੇ 21 ਵਾਰ ਪ੍ਰੀਖਿਆ ਹੋਈ, ਪਰ ਸਾਧ ਸੰਗਤ ਇੱਥੇ ਬੁੱਝਣ ਵਾਲਾ ਸਿੱਖ ਸਚਿਆਰ ਹੁੰਦਾ ਹੈ। ਹਜ਼ੂਰ ਨੇ ਕਿਹਾ ਲੈਣਿਆ ਚਾਦਰਾਂ ਧੋਣ ਵਾਲੀਆਂ ਸੀ, 7 ਸਾਲ ਸੇਵਾ ਕਰਦੇ ਰਹੇ। ਧੰਨ ਮਾਤਾ ਖੀਵੀ ਉਹ ਧੰਨ ਨੇ ਜਿਨ੍ਹਾਂ ਨੇ 28 ਸਾਲ ਦੀ ਉਮਰ ਵਿੱਚ ਆਪਣੇ ਪਤੀ ਨੂੰ ਤੋਰ ਦਿੱਤਾ, ਜਾਓ ਸੇਵਾ ਕਰੋ। ਆਪ ਸਭ ਕੁਝ ਕਾਰੋਬਾਰ ਘਰ-ਵਾਰ ਸਭ ਕੁਝ, ਬੱਚਿਆਂ ਦੀ ਜ਼ਿੰਮੇਵਾਰੀ ਸੰਭਾਲੀ। ਸਾਧ ਸੰਗਤ ਐਵੇਂ ਥੋੜੀ ਫਿਰ ਧੰਨ ਮਾਤਾ ਖੀਵੀ ਜੀ ਨੂੰ ਐਡਾ ਵੱਡਾ ਕਿਤਾਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾਮ, ਲੰਗਰ ਦੀ ਸੇਵਾ ਐ ਨਹੀਂ ਦੇਤੀ ਵੀ ਗੁਰੂ ਅੰਗਦ ਦੇ ਮਹਾਰਾਜ ਨੇ ਕਿਹਾ ਮੇਰੀ ਧਰਮ ਪਤਨੀ ਤਾਂ ਸੇਵਾ ਦੇਤੀ, ਨਹੀਂ। ਮਾਤਾ ਖੀਵੀ ਜੀ ਦਾ ਜੀਵਨ ਵੇਖੋ। ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਭਾਈ ਲਹਿਣਾ ਦੀ ਇੱਕ ਪਰਖ ਮੈਂ ਤੁਹਾਡੇ ਸਮਕਸ਼, ਚਾਦਰਾਂ ਧੋਣ ਵਾਲੀਆਂ ਸਨ, ਧੋ ਲਿਆੜੀਆਂ ਸੀ। ਮਹਾਰਾਜ 7 ਵਜਨ ਘਾਟ ਤੇ ਚਲੇ ਗਏ, ਸਾਰਾ ਦਿਨ ਧੋਤੀਆਂ ਸੁਕਾ ਕੇ ਲਿਆਂਦੇ। ਬਾਬਾ ਬੁੱਢਾ ਸਾਹਿਬ ਮਿਲੇ, ਲੈਣਾ ਜੀ ਕਿੱਧਰ ਗਏ ਸੀ? ਚਾਦਰਾਂ ਧੋਣ ਗਏ ਸੀ। ਕਹਿਣਗੇ ਕੱਲ ਹੀ ਤੇ ਧੋਤੀਆਂ ਨੇ, ਇੱਕ ਦਿਨ ਵਿੱਚ ਕਿਤੇ ਮੈਲੀਆਂ ਹੋ ਗਈਆਂ ਸੀ, ਕਿਉਂ ਧੋਣ ਚਲੇ ਗਏ? ਕਹਿਣਗੇ ਗੁਰੂ ਦਾ ਹੁਕਮ ਸੀ। ਇੰਨੇ ਨੂੰ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਆ ਗਏ। ਕਹਿਣਗੇ ਬਾਬਾ ਬੁੱਢਾ ਜੀ ਕੀ ਹੋਇਆ? ਕਹਿੰਦੇ ਮਹਾਰਾਜ ਲੈਣੇ ਵਿਚਾਰੇ ਨੂੰ ਚੰਗੇ ਕੰਮ ਲਾਇਆ, ਕੱਲ ਦੀਆਂ ਚਾਦਰਾਂ ਧੋਤੀਆਂ ਅੱਜ ਫੇਰ ਧੋਣ ਤੋਰ ਦਿੱਤਾ, ਇਹ ਸਵੇਰ ਤੋਂ ਧੋ ਕੇ ਹੁਣ ਸੁਕਾ ਕੇ ਮੁੜਿਆ। ਮਹਾਰਾਜ ਕੱਲ ਹੀ ਤਾਂ ਧੋਤੀਆਂ ਸੀ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ, ਕਹਿੰਦੇ ਲੈਣਿਆ ਜੇ ਕੱਲ ਧੋਤੀਆਂ ਸੀ ਚਾਦਰਾਂ ਤੂੰ ਦੱਸ ਦੇਣਾ ਸੀ ਧੋਤੀਆਂ ਹੋਈਆਂ ਨੇ। ਬੜਾ ਗਹਿਰਾ ਸਵਾਲ ਹੈ। ਹੁਣ ਇੱਥੇ ਕੋਈ ਵੀ ਭੁਲੇਖਾ ਖਾ ਸਕਦਾ ਹੈ। ਬੇਟਾ ਦੱਸ ਦੇਣਾ ਸੀ ਚਾਦਰਾਂ ਕੱਲ ਧੋਤੀਆਂ ਨੇ, ਇਹਦਾ ਮਤਲਬ ਗੁਰੂ ਨੂੰ ਪਤਾ ਨਹੀਂ? ਇੱਥੇ ਸਿੱਖ ਹੁੱਕ ਸਕਦਾ ਹੈ। ਪਰ ਭਾਈ ਲੈਣਾ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਹੱਥ ਜੋੜ ਕੇ ਅੱਖਾਂ ਭਰ ਲਈਆਂ। ਸਾਹਿਬ ਨੇ ਕਿਹਾ ਵਿਰਾਗ ਵਿੱਚ ਰੋ ਕਿਉਂ ਰਹੇ ਹੋ? ਇੰਨਾ ਹੀ ਪੁੱਛਿਆ ਨਾ, ਜੇ ਚਾਦਰਾਂ ਧੋਤੀਆਂ ਸੀ ਦੱਸ ਦੇਣੀਆਂ ਸੀ। ਤੇ ਹੱਥ ਜੋੜ ਕੇ ਮਹਾਰਾਜ ਜਿਹੜੀਆਂ ਚਾਦਰਾਂ ਗੁਰੂ ਨਾਨਕ ਦੀ ਨਜ਼ਰ ਵਿੱਚ ਮੈਲੀਆਂ ਹੋਣ, ਮੈਂ ਕਿਵੇਂ ਕਹਿਦਾ ਉਹ ਧੋਤੀਆਂ ਹੋਈਆਂ ਨੇ? ਮੈਂ ਕਿਵੇਂ ਕਹਿਦਾ ਉਹ ਕੱਲ ਧੋਤੀਆਂ ਨੇ? ਜਿਹੜੀਆਂ ਚਾਦਰਾਂ ਤੁਹਾਡੀ ਨਜ਼ਰ ਵਿੱਚ ਧੋਣ ਵਾਲੀਆਂ ਨੇ, ਮੈਂ ਕਿਵੇਂ ਕਹਿ ਦਾਂਦਾ ਤਾਂ ਕੱਲ ਧੋਤੀਆਂ ਨੇ। ਜੇ ਕੋ ਬੁੱਝੇ ਹੋਵੇ ਸਚਿਆਰ। ਫਿਰ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸੇ ਵਕਤ ਉਲਟੀ ਗੰਗ ਬਹਾਇਓਨ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤਖਤ ਸਿੰਘਾਸਣ ਤੇ ਬਿਠਾਇਆ, ਨਮਸਕਾਰ ਕੀਤੀ। ਅੱਜ ਦੇ ਦਿਨ ਉਹ ਬਖਸ਼ਿਸ਼ ਕੀਤੀ। ਔਰ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਦਾ ਸੀਸ ਕਿਸੇ ਅੱਗੇ ਨਹੀਂ ਝੁਕਿਆ, ਵੱਡੇ ਵੱਡੇ ਜੋਗੀ ਗੁਰੂ ਨਾਨਕ ਅੱਗੇ ਝੁਕ ਗਏ। ਅੱਜ ਗੁਰੂ ਨਾਨਕ ਸਾਹਿਬ ਨੇ ਸੀਸ ਝੁਕਾ ਕੇ ਕਿਰਪਾ ਬਖਸ਼ਿਸ਼ ਕੀਤੀ। ਸਰੀਰ ਵਿੱਚ ਰਹਿੰਦਿਆਂ ਥਾਪਿਆਂ ਲੈਣਾ ਜੀਵਨ ਦੇ, ਗੁਰਿਆਈ ਸਿਰ ਛਤਰ ਫਿਰਾਇਆ, ਜੋਤੀ ਜੋਤ ਮਿਲਾਏ ਕੇ
ਸਤਿਗੁਰ ਨਾਨਕ ਰੂਪ ਵਟਾਇਆ। ਅਸੀਂ 70 ਸਾਲ ਦੇ ਬਜ਼ੁਰਗ ਹੋ ਗਏ ਸੀ, ਲੈ ਲੈਣੇ ਆ ਹੁਣ ਰੂਪ ਵਟਾ ਲੈਣਾ, ਹੁਣ ਅਸੀਂ ਫਿਰ ਜਵਾਨ ਉਸੇ ਤਰ੍ਹਾਂ ਦੇ ਹੋ ਜਾਣਾ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰੂਪ ਵਟਾ ਕੇ ਜੋ ਤੂੰ ਹਾਂ ਜੁਗਤ ਸਾਏ ਸਹਿ ਕਾਇਆ ਫਿਰ ਪਲਟੀਐ, ਕਾਇਆ ਪਲਟ ਜੋ ਤੋਈਓ ਧਰੀ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਆਓ ਆਪਾਂ ਵੀ ਉਹ ਪੰਕਤੀ ਪੜ੍ਹੀਏ। ਨਾਨਕ ਰੂਪ ਵਟਾਇਆ ਸਤਿਗੁਰ, ਨਾਨਕ ਰੂਪ ਵਟਾਇਆ, ਨਾਨਕ ਰੂਪ ਵਟਾਇਆ ਸਤਿਗੁਰ, ਨਾਨਕ ਰੂਪ ਵਟਾਇਆ, ਨਾਨਕ ਰੂਪ ਵਟਾਇਆ ਸਤਿਗੁਰ, ਨਾਨਕ ਰੂਪ ਵਟਾਇਆ। ਗੱਜ ਕੇ ਜੋਤੀ ਜੋਤ ਮਿਲਾਏ ਕੈ, ਜੋਤੀ ਜੋਤ ਮਿਲਾਏ ਕੈ, ਜੋਤੀ ਜੋਤ ਮਿਲਾਏ। ਵਾਹ। ਨਾਨਕ ਰੂਪ ਵਟਾਇਆ ਸਤਿਗੁਰ, ਨਾਨਕ ਰੂਪ ਵਟਾਇਆ, ਨਾਨਕ ਰੂਪ ਵਟਾਇਆ ਸਤਿਗੁਰ, ਨਾਨਕ ਰੂਪ ਵਟਾਇਆ, ਨਾਨਕ ਰੂਪ ਵਟਾਇਆ। ਥਾਪਿਆ ਲੈਣਾ ਜੀਵਨ ਦੇ, ਗੁਰ ਆਈ ਸਿਰ ਛਤਰ ਫਿਰਾਇਆ। ਲੈਣੇ ਦੀ ਫਿਰ ਰਾਈ ਹੈ, ਨਾਨਕਾ ਦੋਹੀ ਖੱਟੀ ਹੈ। ਜਿੰਨੀ ਵਡਿਆਈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪਾਤਸ਼ਾਹ ਨੇ ਉਹਦੇ ਨਾਲੋਂ ਵੀ ਉੱਚੀ ਭਾਈ ਲੈਣੇ ਦੀ ਵਡਿਆਈ ਉੱਚੀ ਕਰਕੇ ਕਿਹਾ, ਲੈਣੇ ਧਰਿਓਨ ਛਤਰ ਸਿਰ, ਅਸਮਾਨ ਕਿਆੜਾ ਛਿਕਿਓਨ। ਲੈਣਿਆ ਤੂੰ 7 ਸਾਲਾਂ ਵਿੱਚ ਖਾਕ ਹੋ ਗਿਆ, ਤੇਰੇ ਜਿੰਨਾ ਸਿਰ ਕਿਸੇ ਨਹੀਂ ਝੁਕਾਇਆ, ਅੱਜ ਤੇਰਾ ਸਿਰ ਅਸਮਾਨ ਜਿੰਨਾ ਉੱਚਾ ਕਰ ਦਿੱਤਾ। ਉਸ ਸਤਿਗੁਰੂ ਦਾ ਅੱਜ ਗੁਰਤਕ ਗੱਦੀ ਪੁਰਬ ਹੈ, ਤੁਹਾਨੂੰ ਲੱਖ ਲੱਖ ਵਧਾਈਆਂ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ। ਆਓ ਰਹਿੰਦੇ ਸ਼ਬਦ ਦੀ ਅੱਗੇ ਵਿਚਾਰ ਨਾਲ ਜੁੜੀਏ। ਸ੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਸਤਿਗੁਰ ਨੇ ਇਹ ਫਰਮਾਇਆ ਹੈ, ਭਾਈ ਆ ਕਾਰੀ ਕਰੋ। ਮਹੱਲਾ ਤੀਜਾ। ਸਤਿਗੁਰੂ ਫੁਰਮਾਇਆ, ਕਾਰੀ ਇਹ ਕਰੇ ਹੋ। ਤਾਮਸ ਵਿੱਚ ਜਲਦੇ ਹੋਏ ਸੰਸਾਰ ਨੂੰ ਸਤਿਗੁਰੂ ਉਪਦੇਸ਼ ਦਿੰਦੇ ਨੇ, ਭਾਈ ਸਿੱਖੋ, ਜੇ ਇਸ ਤ੍ਰਿਸ਼ਨਾ ਦੀ ਅੱਗ ਤੋਂ, ਸੰਸਾਰ ਦੇ ਦੁੱਖਾਂ ਤੋਂ ਬਚਣਾ, ਫਿਰ ਆਹ ਕੰਮ ਆਹ ਕਾਰੀ ਜ਼ਰੂਰ ਕਰੋ। ਗੁਰੂ ਦੁਆਰੈ ਹੋਏ ਕੈ, ਸਾਹਿਬ ਸੰਭਾਲੇ ਹੋ। ਕਹਿੰਦੇ ਭਾਈ ਸੁੱਖ ਲੈਣ ਲਈ ਪਹਿਲਾਂ ਗੁਰੂ ਦੁਆਰੇ ਆਓ, ਕਿਉਂਕਿ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਇੱਥੇ ਸੋਝੀ ਮਿਲਣੀ ਹੈ। ਪਾਪ ਕੀ ਹੈ, ਪੁੰਨ ਕੀ ਹੈ, ਇਹ ਜਨਮ ਕਿਉਂ ਮਿਲਿਆ, ਇਹ ਗੁਰੂ ਕੋਲੋਂ ਸੋਝੀ। ਸਾਹਿਬ ਨੇ ਕਿਹਾ, ਇੱਥੇ ਆ ਕੇ ਸਾਹਿਬ ਸੰਭਾਲੇ ਹੋ। ਹੋਰ ਸੰਸਾਰ ਦੇ ਧੰਦੇ ਗੱਲਾਂ ਛੱਡ, ਇਹੜ ਤੇਹੜ ਛੱਡ, ਤੂੰ ਸਭ ਕੁਝ ਛੱਡ ਕੇ ਕੀ ਕਰ, ਆਪਣੇ ਸਾਹਿਬ ਮਾਲਕ ਨੂੰ ਚੇਤੇ ਕਰ। ਸਾਹਿਬ ਸਦਾ ਹਜੂਰ ਹੈ, ਭਰਮੈ ਕੇ ਛੌੜ ਕੱਟ ਕੈ, ਅੰਤਰ ਜੋਤ ਤਰੇ ਹੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਦੁਆਰੇ ਇੱਕ ਸੋਝੀ ਹੋਣੀ ਹੈ, ਉਹ ਕੀ ਕਿ ਸਾਹਿਬ ਸਦਾ ਹਜ਼ੂਰ ਹੈ, ਰੱਬ ਤੇਰੇ ਹਜ਼ੂਰ ਹੈ, ਤੈਨੂੰ ਵੇਖ ਰਿਹਾ ਹੈ, ਤੂੰ ਤੋਂ ਕੋਈ ਛੁਪਾ ਨਹੀਂ ਸਕਦਾ। ਜਿੱਦਣ ਆਹ ਚੀਜ਼ ਸਾਹਮਣੇ ਆ ਜਾਏ, ਉਦਣ ਭਰਮ ਦੇ ਛੌੜ ਜਾਲ ਕੱਟੇ ਜਾਂਦੇ ਨੇ, ਅੰਦਰ ਉਹਦੀ ਜੋਤ ਦਾ ਅਨੁਭਵ ਹੁੰਦਾ ਹੈ। ਬੰਦਾ ਫਿਰ ਨਿਰਮਲ ਕਰਮ ਕਰਨ ਲੱਗ ਪੈਂਦਾ, ਕਿਉਂ ਮੈਨੂੰ ਕੋਈ ਵੇਖ ਰਿਹਾ ਹੈ। ਪਾਪ ਜਨਮ ਹੀ ਉਦੋਂ ਲੈਂਦਾ ਜਦੋਂ ਪੜਦਾ ਪੈ ਜਾਏ। ਗੁਰੂ ਪੜਦਾ ਚੁੱਕ ਦਿੰਦਾ। ਇੰਨੀ ਗੱਲ ਕਹਿ ਕੇ ਤੈਨੂੰ ਰੱਬ ਗੁਰੂ ਵੇਖ ਰਿਹਾ ਹੈ। ਹਰ ਕਾ ਨਾਮ ਅੰਮ੍ਰਿਤ ਹੈ, ਦਾਰੂ ਇਹੋ ਲਾਏ ਹੋ। ਭਾਈ ਰੱਬ ਦਾ ਨਾਮ ਅੰਮ੍ਰਿਤ ਹੈ, ਸਦਾ ਸੁੱਖ ਦੇਣ ਵਾਲਾ, ਅਮਰ ਰਹਿਣ ਵਾਲਾ ਹੈ। ਇਹੀ ਇੱਕ ਦਾਰੂ ਹੈ ਇਹਨਾਂ ਦੁੱਖਾਂ ਦਾ, ਇਹੀਓ ਔਖਦ ਦਵਾਈ ਹੈ ਰੱਬ ਦਾ ਨਾਮ। ਸਤਿਗੁਰ ਕਾ ਭਾਣਾ ਚਿਤ ਰਖੋ, ਸੰਜਮ ਸੱਚਾ ਨੇਹੋ। ਕਹਿੰਦੇ ਭਾਈ ਗੁਰੂ ਦਾ ਭਾਣਾ, ਗੁਰੂ ਦਾ ਹੁਕਮ
ਆਪਣੇ ਮਨ ਦੇ ਅੰਦਰ ਚਿੱਤ ਵਿੱਚ ਸਾਂਭ ਕੇ ਰੱਖੋ। ਜੋ ਗੁਰ ਕਹੈ ਸੋਈ ਭਲ ਮੰਨੋ, ਜੋ ਗੁਰੂ ਕਹਿ ਰਿਹਾ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨੀ। ਇਹ ਗੁਰੂ ਦਾ ਭਾਣਾ ਮੰਨਣਾ ਹੈ, ਚਿੱਤ ਵਿੱਚ ਰੱਖਣਾ ਹੈ। ਸੰਜਮ ਸੱਚਾ ਨੇਹੋ, ਭਾਵ ਉਹ ਸੱਚੇ ਵਾਹਿਗੁਰੂ ਦੇ ਨਾਮ ਨਾਲ ਗੁਰੂ ਦੇ ਦੱਸੇ ਮਾਰਗ ਸੰਜਮ ਨਾਲ ਨਿਹੋ ਪਿਆਰ ਕਰੋ। ਨਾਨਕ ਐਥੈ ਸੁਖੈ ਅੰਦਰ ਰਖਸੀ, ਅੱਗੇ ਹਰ ਸਿਉ ਕੇਲ ਕਰੇ ਹੋ। ਜਿਹੜਾ ਗੁਰੂ ਦਾ ਸਿੱਖ ਇਸ ਮਾਰਗ ਤੇ ਤੁਰਦਾ, ਗੁਰੂ ਦਾ ਉਪਦੇਸ਼ ਯਾਦ ਰੱਖਦਾ, ਸੰਜਮ ਨਿਉ ਵਾਹਿਗੁਰੂ ਦੇ ਨਾਮ ਨਾਲ ਜੁੜਦਾ, ਉਹਨੂੰ ਇੱਥੇ ਸੁੱਖ ਤੇ ਅੱਗੇ ਮਹਾਰਾਜ ਨੇ ਬਚਨ ਕਹੇ ਭਾਈ ਉਹਨੂੰ ਅੱਗੇ ਵੀ ਦਰਗਾਹ ਦੇ ਅੰਦਰ ਕੇਲ ਭਾਵ ਖੁਸ਼ੀਆਂ ਮਿਲਦੀਆਂ ਹਨ। ਉਹ ਦੁੱਖਾਂ ਨਰਕਾਂ ਵਿੱਚ ਨਹੀਂ ਪੈਂਦੇ, ਉਹ ਜਨਮ ਮਰਨ ਦੇ ਜਾਲ ਤੋਂ ਸਦਾ ਲਈ ਛੁੱਟ ਜਾਂਦੇ ਹਨ। ਪੌੜੀ ਆਪੇ ਭਾਰ 18 ਬਨਸਪਤ, ਆਪੇ ਹੀ ਫਲ ਲਾਏ। ਸਤਿਗੁਰੂ ਅੱਗੇ ਪੌੜੀ ਵਿੱਚ ਬਖਸ਼ਿਸ਼ ਕਰਦੇ ਭਾਈ, ਫਿਰ ਉਹਦਾ ਹਿਰਦਾ ਸੋਚ ਵਿਚਾਰ ਵਿਸ਼ਾਲ ਹੋ ਜਾਂਦੀ। ਉਹਨੂੰ ਪਤਾ ਲੱਗਦਾ ਹੈ ਸਾਰੀ ਬਨਸਪਤੀ 18 ਪਹਾੜ ਸਭ ਫਲ ਜੋ ਕੁਝ ਵੀ ਨਜ਼ਰ ਆ ਰਿਹਾ ਹੈ ਇਹ ਕੁਦਰਤ ਕਰਕੇ ਵਸਿਆ ਸੋਏ ਉਸੇ ਦਾ ਹੈ। ਆਪੇ ਮਾਲੀ ਆਪ ਸਭ ਸਿੰਚੈ, ਆਪੇ ਹੀ ਮੋਹਿ ਪਾਏ। ਸਾਰੀ ਸ੍ਰਿਸ਼ਟੀ ਨੂੰ ਉਹਨੇ ਆਪ ਸਿੰਜਿਆ ਹੈ, ਆਪ ਬਣਾਇਆ ਹੈ, ਆਪ ਹੀ ਸਭ ਕੁਝ ਬਖਸ਼ਿਸ਼ ਕਰ ਰਹੇ ਹਨ। ਆਪੇ ਕਰਤਾ ਆਪੇ ਭੁਗਤਾ, ਆਪੇ ਦੇ ਦਿਵਾਏ। ਫਿਰ ਸਮਝ ਆਉਂਦੀ ਉਹ ਕਰਤਾ ਪੁਰਖ ਆਪ ਹੀ ਦੇਣ ਵਾਲਾ ਹੈ, ਆਪ ਹੀ ਭੁਗਤਾ ਹੈ। ਫਿਰ ਕਿਸੇ ਉੱਤੇ ਨਿੰਦਿਆ ਚੁਗਲੀ ਈਰਖਾ ਸਭ ਜਾਲ ਚੋਂ ਬੰਦਾ ਨਿਕਲ ਜਾਂਦਾ ਹੈ। ਉਹਨੂੰ ਇੱਕੋ ਗੱਲ ਸਮਝ ਪੈਂਦੀ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਉਹ ਦੂਜਿਆਂ ਦੀ ਨਿੰਦਿਆ ਵਿੱਚ ਵਕਤ ਜਾਇਆ ਨਹੀਂ ਕਰਦਾ। ਆਪੇ ਸਾਹਿਬ ਆਪੇ ਹੈ ਰਾਖਾ, ਆਪੇ ਰਹਿਆ ਸਮਾਏ। ਫਿਰ ਸਮਝ ਆਉਂਦੀ ਆਪ ਹੀ ਉਹ ਮਾਲਕ ਵਾਹਿਗੁਰੂ ਰੱਖਣ ਵਾਲਾ ਹੈ, ਆਪ ਹੀ ਸਭ ਦੀ ਸੰਭਾਲ ਕਰਦਾ ਹੈ, ਸਭ ਵਿੱਚੋਂ ਆਪ ਸਮਾਇਆ ਹੋਇਆ ਹੈ। ਜਨ ਨਾਨਕ ਵਡਿਆਈ ਆਖੈ ਹਰ ਕਰਤੇ ਕੀ, ਜਿਸਨੋ ਤਿਲ ਨਾ ਤਮਾਏ। ਸਹਿਬ ਕਹਿੰਦੇ ਭਾਈ ਇਹ ਵਡਿਆਈ ਉਸ ਕਰਤੇ ਪੁਰਖ ਦੀ ਹੈ ਜਿਸ ਨੂੰ ਤਿਲ ਮਾਤਰ ਵੀ ਤਮਾ ਨਹੀਂ ਹੈ। ਉਸ ਨੇ ਸਭ ਕੁਝ ਸਿਰਜਿਆ ਹੈ ਪਰ ਉਸ ਨੂੰ ਤਮਾ ਨਹੀਂ ਤਿਲ ਮਾਤਰ ਵੀ। ਉਹਦੇ ਨਾਲ ਜੁੜਨ ਵਾਲਿਆਂ ਦੀ ਤਮਾ ਮੁੱਕ ਜਾਂਦੀ ਹੈ, ਰੱਬ ਦੇ ਸ਼ੁਕਰ ਵਿੱਚ ਜੁੜ ਜਾਂਦੇ ਹਨ, ਜੀਵਨ ਜਨਮ ਸਫਲ ਹੋ ਜਾਂਦਾ ਹੈ, ਸੰਸਾਰ ਦੀ ਚਿੰਤਾ ਜਾਲ ਚੋਂ ਮੁਕਤ ਹੋ ਜਾਂਦੇ ਹਨ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ। ਆਪਾਂ ਸਾਰਿਆਂ ਉੱਤੇ ਸ਼ਬਦ ਦਾ ਭਾਵ ਹਿਰਦੇ ਵਿੱਚ ਵਸੇ। ਸਮੂਹ ਸੰਗਤਾਂ ਨੂੰ ਸਤਿਗੁਰ ਦੇ ਮਹਾਨ ਪੁਰਬ ਦੀਆਂ ਲੱਖ ਲੱਖ ਵਧਾਈਆਂ, ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਸਮੂਹ ਪ੍ਰਬੰਧ ਦਾ ਧੰਨਵਾਦ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਉਹਨਾਂ ਦਾ ਧੰਨਵਾਦ। ਆਪ ਸੰਗਤਾਂ ਦਾ ਧੰਨਵਾਦ। ਕੋਟਾਨ ਕੋਟ ਸ਼ੁਕਰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਆਖਰੀ ਪੰਕਤੀਆਂ ਦੇ ਪਾਠ ਸਰਵਣ ਕਰੋ ਜੀ। ਆਪੇ ਸਾਹਿਬ ਆਪੇ ਹੈ ਰਾਖਾ, ਆਪੇ ਰਹਿਆ ਸਮਾਏ। ਜਨ ਨਾਨਕ ਵਡਿਆਈ ਆਖੈ ਹਰ ਕਰਤੇ ਕੀ, ਜਿਸਨੋ ਤਿਲ ਨਾ ਤਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।